ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ। ਆਦਿ ਸਚ ਜੁਗਾਦਿ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਸਰਫੈ ਸਰਫੈ ਸਦਾ ਸਦਾ ਏਵੈ ਗਈ ਵਿਹਾਰ। ਨਾਨਕ ਕਿਸਨੋ ਆਖੀਐ ਬਿਨ ਪੁੱਛਿਆ ਹੀ ਲੈ ਜਾਏ। ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕਮਾਏ। ਘੱਲੇ ਆਵੈ ਨਾਨਕਾ ਸਦੇ ਉੱਠੀ ਜਾਇ। ਹਰ ਜਸ ਰੇ ਮਨ ਗਾਏ ਲੈ। ਜੋ ਸੰਗੀ ਹੈ ਤੇਰੋ ਅਵਸਰ ਬੀਤਿਓ ਜਾਤ ਹੈ। ਕਹਿਓ ਮਾਨ ਲੈ ਮੇਰੋ ਅਵਸਰ ਬੀਤਿਓ ਜਾਤ ਹੈ। ਕਹਿਓ ਮਾਨ ਲੈ ਮੇਰੋ ਤੁਧ ਆਗੈ ਅਰਦਾਸ ਹਮਾਰੀ। ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨ ਜਾਣੈ ਮੇਰਾ ਕਹੋ ਨਾਨਕ ਸਭ ਤੇਰੀ ਵਡਿਆਈ। ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਗੁਰੂ ਫਤਿਹ ਦੀ ਸਾਂਝ ਪਾਓ ਜੀ। ਸਾਰੇ ਗੱਜ ਵੱਜ ਕੇ ਰਲ ਮਿਲ ਕਰਕੇ ਲਵਾਓ ਜੀ ਆਪੋ ਆਪਣੀਆਂ ਹਾਜ਼ਰੀਆਂ। ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਅੰਮ੍ਰਿਤਮਈ ਬਚਨ ਹਨ ਕਿ ਦ੍ਰਿਸ਼ਟਮਾਨ ਹੈ ਸਗਲ ਮਥੇਨਾ। ਮਰਨ ਲਖਾਏ ਮੰਡਲ ਮੈਂ ਆਏ। ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ। ਅਨੇਕਾਂ ਪ੍ਰਮਾਣ ਨੇ ਅੱਖਾਂ ਨਾਲ ਹਰ ਇੱਕ ਦੇਖਣ ਵਾਲੀ ਚੀਜ਼ ਜਿਸ ਦੀ ਉਤਪੱਤੀ ਹੈ, ਜਿਸ ਦੀ ਪੈਦਾਇਸ਼ ਹੈ, ਜਿਹਦਾ ਜਨਮ ਹੈ, ਉਹ ਹਰ ਇੱਕ ਸ਼ੈ, ਹਰ ਇੱਕ ਚੀਜ਼, ਹਰ ਇੱਕ ਜੀਵ ਸੰਸਾਰ ਦੇ ਵਿੱਚੋਂ ਜਦੋਂ ਸਮਾਂ ਆ ਗਿਆ
ਉਹਨੇ ਤੁਰ ਜਾਣਾ। ਵਾਰੀ ਹੈ, ਵਾਰੀ ਵਾਰੀ ਸਭ ਦਾ ਜਨਮ ਹੋਇਆ। ਸੰਸਾਰ ਦੇ ਵਿੱਚ ਅਸੀਂ ਜਨਮ ਲਏ ਤੇ ਵਾਰੀ ਵਾਰੀ ਸਭ ਇੱਥੋਂ ਕੂਚ ਕਰ ਰਹੇ ਨੇ। ਬੇਅੰਤ ਦੁਨੀਆ ਆ ਅੱਖਾਂ ਨਾਲ ਵੇਂਦਿਆਂ ਤੁਰ ਗਈ। ਬੜੇ ਲੋਕ ਜੋ ਇੱਥੇ ਫਿਰਦੇ ਸੀ, ਕਦੇ ਇੱਥੇ ਭਰਮਣ ਕੀਤਾ, ਜਿਨ੍ਹਾਂ ਨੇ ਕੰਮ ਧੰਦੇ ਕੀਤੇ ਆ, ਬੱਚੇ ਪਾਲੇ ਆ, ਅੱਜ ਨਹੀਂ। ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਤ। ਸਾਡੇ ਰੰਗਲੇ ਪਿਆਰੇ ਸੱਜਣ ਮਿੱਤਰ, ਭੈਣ ਭਰਾ, ਮਾਂ ਪਿਓ, ਦੋਸਤ ਮਿੱਤਰ ਆ ਅੱਖਾਂ ਦੇ ਨਾਲ ਵੇਂਦਿਆਂ ਤੁਰ ਗਏ ਆ। ਵਾਰੀ ਆਈ, ਤੁਰ ਗਏ। ਜਦੋਂ ਸਾਡਾ ਸਮਾਂ ਆ ਗਿਆ, ਆਪਾਂ ਵੀ ਤੁਰ ਜਾਣਾ। ਭਾਈ ਕੇਵਲ ਸਿੰਘ ਜਿਤਨੀ ਕੁ ਸਵਾਸਾਂ ਦੀ ਪੂੰਜੀ ਪਰਮੇਸ਼ਰ ਦੇ ਕੋਲੋਂ ਮਿਲੀ, ਉਹਨੂੰ ਵਸਰ ਕੀਤਾ। ਆਖਰੀ ਸਾਹ ਆਇਆ ਤੇ ਉਹਨਾਂ ਦਾ ਆ ਸੰਸਾਰ ਦੇ ਵਿੱਚੋਂ ਜਾਣਾ ਹੋ ਗਿਆ। ਅੱਜ ਅਸੀਂ ਉਹਨਾਂ ਦੇ ਨਿਮਰਤ ਜੁੜ ਰਹੇ ਹਾਂ। ਉਹਨਾਂ ਦੀ ਅੰਤਮ ਅਰਦਾਸ ਹੈ, ਉਹਨਾਂ ਦੇ ਨਿਮਰਤ ਇਹ ਅੱਜ ਦਾ ਪ੍ਰੋਗਰਾਮ, ਸਮਾਗਮ ਹੈ। ਉਹਨਾਂ ਦੇ ਪ੍ਰਤੀ ਅਖੀਰੀ ਉਹਨਾਂ ਦੀ ਅੰਤਮ ਅਰਦਾਸ ਆਪਾਂ ਕਰਨੀ ਹੈ। ਸਾਹ ਜਿਹੜੇ ਆ ਸਾਡੇ ਗਿਣਤੀ ਦੇ ਨੇ, ਕਿਹੜੇ ਮੋੜ ਤੇ ਕਿੱਥੇ ਕਿਵੇਂ ਕੀ ਹੋਣਾ, ਕਦੋਂ ਖਤਮ ਹੋਣਗੇ, ਸਾਨੂੰ ਨਹੀਂ ਪਤਾ, ਰੱਬ ਜਾਣਦਾ। ਜਦੋਂ ਉਹ ਸਮਾਂ ਆ ਗਿਆ, ਇੱਥੋਂ ਬੰਦੇ ਨੇ ਤੁਰ ਜਾਣਾ। ਉੱਥੇ ਕੋਈ ਬਹਾਨਾ ਕਿੱਦਾਂ ਦਾ ਬਣਦਾ, ਨਾ ਬਣਦਾ, ਉਹ ਪਰਮੇਸ਼ਰ ਜਾਣਦਾ। ਕੋਈ ਨਾ ਕੋਈ ਅਖੀਰੀ ਬਹਾਨਾ ਬਣਦਾ ਤੇ ਬੰਦਾ ਸੰਸਾਰ ਚੋਂ ਉਡਾਰੀ ਲਾ ਜਾਂਦਾ, ਛੱਡ ਜਾਂਦਾ ਸਰੀਰ ਇੱਥੇ। ਅਖੀਰੀ ਸਾਹ ਜਿਹੜੇ ਆ ਸਾਡੇ ਕਿੱਥੇ ਆਉਣੇ ਨੇ, ਪਤਾ ਨਹੀਂ। ਮਹਾਰਾਜ ਦੀ ਬਾਣੀ ਤਰਬਾਸ ਦਿੰਦੀ ਆ ਬੰਦੇ ਨੂੰ, ਤੇ ਨੇ ਆਲੇ ਨਾਲੇ ਇਹ ਜਿਹੜਾ ਸਮਾਂ ਸਭ ਦੀ ਆ। ਪਰ ਉਸੀ ਕੇ ਜੋ ਹੋਆ ਤੂੰ ਆਪਣੇ ਵੀ ਜਾਣ। ਜਿਹੜਾ ਗਵਾਂਢੀ ਦੇ ਹੋਇਆ ਉਹ ਆਪਣੇ ਵੀ ਮੰਨ ਲੈ। ਹਰ ਇੱਕ ਘਰ ਦੇ ਵਿੱਚ ਸੱਥਰ ਵਿਛ ਰਹੇ ਨੇ, ਵਿਛਣੇ ਨੇ ਜਾਂ ਵਿਛ ਗਏ। ਅੱਖਾਂ ਨਾਲ ਹਰ ਇੱਕ ਦਿਖਣ ਵਾਲਾ ਬੰਦਾ, ਹਰ ਇੱਕ ਸ਼ੈ ਕੁਦਰਤ ਦੀ, ਸਮਾਂ ਜਦੋਂ ਆ ਗਿਆ ਉਹਨੇ ਤੁਰ ਜਾਣਾ। ਜੇ ਘਰਾਂ 'ਚ ਸਾਡੇ ਨਵੇਂ ਬੱਚੇ ਜਨਮ ਲੈ ਰਹੇ ਆ, ਜਿਹੜੇ ਪੁਰਾਣੇ ਆ ਆਪਾਂ, ਉਹਨਾਂ ਦਾ ਜਾਣਾ ਵੀ ਹੋ ਰਿਹਾ। ਜੇ ਕੋਈ ਨਾ ਜਾਵੇ ਇੱਥੇ ਭੀੜ ਹੋ ਜਾਏ। ਸਾਹਾਂ ਦੀ ਖੇਡ ਹੈ। ਹੁਣ ਰੱਬ ਵੱਲੋਂ ਸਾਹਾਂ ਦੀ ਖੈਰ ਮਿਲਿਆ, ਕਿਸੇ ਨੂੰ ਵੱਧ, ਕਿਸੇ ਨੂੰ ਘੱਟ। ਸਾਹਾਂ ਤੇ ਆਧਾਰਿਤ ਜੀਵਨ ਹੈ। ਜਦੋਂ ਇਹ ਸਾਹ ਆ ਮਿਲੀ ਹੋਈ ਖੈਰ ਪੂਰੀ ਹੋ ਗਈ, ਵਰਤ ਲਈ ਅਸੀਂ, ਖਰਚ ਲਈ, ਚਲੋ ਜੀ। ਸਮਝਣਾ ਮਹਾਰਾਜ ਦੀ ਤੁਕ ਪੜ੍ਹੀ ਆ ਨਾ ਆਪਾਂ, ਕਿ ਜਿਹਾ ਚਿਰੀ ਲਿਖਿਆ ਤੇਹਾ ਹੁਕਮ ਕਮਾਹੇ, ਕੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ। ਸਾਨੂੰ ਲੱਗਦਾ ਵੀ ਇਸ ਤੁਕ ਦਾ ਸੰਬੰਧ ਜਿਹੜਾ ਵਾ ਭਾਈ ਕੇਵਲ ਸਿੰਘ ਨਾਲ ਆ, ਵੀ ਉਹਦੇ ਨਾਲ ਸੰਬੰਧ ਹੈ, ਉਹਦੇ ਵਾਸਤੇ ਲਿਖੀ ਆ ਤੁਕ। ਉਹ ਤਾਂ ਸੁਣ ਨਹੀਂ ਰਹੇ, ਦੇਖ ਨਹੀਂ ਰਹੇ, ਇੱਥੇ ਹੈ ਹੀ ਨਹੀਂ, ਉਹਨਾਂ ਦੀ ਤਸਵੀਰ ਹੈ। ਇਸ ਤੁਕ ਦਾ ਸੰਬੰਧ ਸਾਡੇ ਨਾਲ ਹੈ ਪ੍ਰੇਮਿਓ। ਜਿੰਨੇ ਅਸੀਂ ਬੈਠੇ ਆ ਨਾ,
ਜਿੰਨੀ ਵੀ ਦੁਨੀਆ ਜਿਹੜੀ ਤੁਰ ਵੀ ਗਈ ਆ, ਕਿਸੇ ਦਾ ਇਹ ਸੁਨੇਹਾ ਨਹੀਂ ਜਾਂ ਕੋਈ ਇਹ ਨਹੀਂ ਕਹਿ ਸਕਦਾ ਅੱਜ ਵੀ ਆਪਾਂ ਕਿ ਅਸੀਂ ਆਪਣੀ ਮਰਜ਼ੀ ਨਾਲ ਸੰਸਾਰ 'ਚ ਆਏ ਹਾਂ, ਕਿ ਮੈਂ ਆਪਣੀ ਮਰਜ਼ੀ ਨਾਲ ਜਨਮ ਲਿਆ। ਉਹਨੇ ਭੇਜੇ ਆ ਕਰਮ ਭੋਗਣ, ਜਿੱਦਾਂ ਦੇ ਲਿਖੇ ਆ ਲਿਖਾਏ ਅਸੀਂ, ਉਹ ਭੇਜਦਾ, ਸਾਡੀ ਮਰਜ਼ੀ ਨਹੀਂ। ਤੇ ਜਿਸ ਦਿਨ ਗੁਰਸਿੱਖ ਪਿਆਰਿਓ ਉਹਨੇ ਪਾਪ ਬੰਦੇ ਨੇ ਇੱਥੋਂ ਜਾਣਾ ਹੈ, ਉਦੋਂ ਉਹਨੇ ਮਰਜ਼ੀ ਨਹੀਂ ਪੁੱਛਣੀ, ਉਹ ਸਲਾਹ ਨਹੀਂ ਕਰਦਾ ਕਿਸੇ ਨਾਲ। ਨਾਲੇ ਜਾਣ ਨੂੰ ਕਿਹਦਾ ਜੀ ਕਰਦਾ ਬਈ? ਹਰ ਕੋਈ ਬੰਦਾ ਜਿਉਣਾ ਚਾਹੁੰਦਾ। ਮਰਨੇ ਤੇ ਸਭ ਜਗਤ ਡਰੈ, ਜੀਵਿਆਂ ਲੋੜੇ ਸਭ ਕੋਇ। ਹਰ ਕੋਈ ਬੰਦਾ ਮਰਨ ਤੋਂ ਡਰਦਾ। ਸੱਪ ਕਿੰਨੀ ਭੈੜੀ ਜੁੰਨੀ ਹੈ, ਉਹ ਵੀ ਨੱਠਦਾ ਮੌਤ ਵੇਖ ਕੇ, ਬੰਦੇ ਨੂੰ ਵੇਖ ਕੇ ਕਿ ਮੈਨੂੰ ਮਾਰ ਨਾ ਦੇਣ। ਭੱਜੂਗਾ ਉਹ, ਜਾਣਾ। ਭਾਵ ਹਰ ਕੋਈ ਜਿਉਣਾ ਚਾਹੁੰਦਾ ਹੈ, ਮਰਨਾ ਕੋਈ ਨਹੀਂ ਚਾਹੁੰਦਾ। ਨਾ ਤਾਂ ਉਹਨੇ ਭੇਜਣ ਲੱਗਿਆਂ ਪੁੱਛਿਆ ਵੀ ਜਾਏਗਾ ਦੁਨੀਆ 'ਚ, ਤੇ ਨਾ ਹੀ ਜਿਸ ਦਿਨ ਉਹਨੇ ਸੱਦਣਾ ਵੀ ਚੱਲੀਏ ਹੁਣ, ਕੋਈ ਨਹੀਂ ਕਹਿੰਦਾ। ਬੇਸ਼ੱਕ ਬੰਦਾ ਬਜ਼ੁਰਗ ਹੋ ਗਿਆ, 100 ਤੋਂ ਲੰਘਿਆ ਹੋਇਆ, ਉਹ ਵੀ ਕਹਿੰਦਾ ਮੈਂ ਜਿਉਂਦਾ ਰਹਾਂ। ਬੇਸ਼ੱਕ ਲੱਖ ਕਹੀ ਜਾਵੇ ਉੱਪਰੋਂ ਉੱਪਰੋਂ ਕਿ ਰੱਬ ਮੈਨੂੰ ਹੁਣ ਚੱਕ ਲੈ, ਐਵੇਂ ਕਿਵੇਂ? ਕਈ ਮਰਨ ਦੀ ਕੋਸ਼ਿਸ਼ ਕਰਦੇ ਆ, ਕੁਛ ਵੀ ਨਹੀਂ ਹੁੰਦਾ, ਵਧੀ ਹੁੰਦੀ ਆ ਉਹਨਾਂ ਦੀ। ਤੇ ਕਈ ਵਾਰ ਬੰਦਾ ਪਤਾ ਵੀ ਨਹੀਂ ਲੱਗਦਾ, ਯਕੀਨ ਹੀ ਨਹੀਂ ਆਉਂਦਾ ਵੀ ਐਵੇਂ ਕਿਵੇਂ ਹੋ ਗਿਆ। ਸਕਿੰਟਾਂ 'ਚ, ਪਲਾਂ 'ਚ ਚੱਲ ਜਾਂਦਾ। ਪੁੱਛਿਆ ਨਹੀਂ ਉਹਨੇ ਵੀ ਜਾਏਗਾ, ਤੇ ਜਿਸ ਦਿਨ ਲੈ ਕੇ ਜਾਣਾ ਹੈ ਭਾਈ, ਕੱਲੇ ਆਵੇ ਘੱਲਦਾ, ਸੱਦੇ ਉੱਠੀ ਜਾਏ। ਜਿਸ ਦਿਨ ਉਹਨੇ ਸੱਦ ਲੈਣਾ ਵੀ ਆ ਜਾ ਭਾਈ, ਉਹਦੇ ਜਾਵਾਂਗੇ। ਉੱਥੇ ਫਿਰ ਸਾਡੇ ਉਮਰਾਂ ਦਾ ਤਗਾਜ਼ਾ ਨਹੀਂ, ਜ਼ਿੰਮੇਵਾਰੀਆਂ ਨਹੀਂ ਵੀ ਕਿ ਪਿੱਛੇ ਇੰਨੇ ਕੰਮ ਰਹਿੰਦੇ ਆ, ਅਜੇ ਜਾਣ ਦੀ ਉਮਰ ਨਹੀਂ। ਇਹ ਸਾਡੀਆਂ ਗੱਲਾਂ ਨੇ, ਇਹ ਸਾਡੀਆਂ ਵਿਚਾਰਾਂ ਨੇ ਵੀ ਅਜੇ ਬੰਦੇ ਦਾ ਜਾਣ ਦਾ ਸਮਾਂ ਨਹੀਂ ਸੀ। ਹਾਂ, ਜਵਾਨੀ ਪਰ ਇਹ ਬੜਾ ਔਖਾ ਹੋ ਜਾਂਦਾ। ਕਈ ਵਾਰ ਬਜ਼ੁਰਗਾਂ ਨੂੰ ਕਿਹਾ ਜਾਂਦਾ ਨਾ ਕਿ ਬਜ਼ੁਰਗਾ ਬੁੱਢਿਆ ਤੇਰੀਆਂ ਸਿਵਿਆਂ 'ਚ ਲੱਤਾਂ ਨੇ। ਬਾਹਰ ਕਿਹਦੀਆਂ ਨੇ? ਸਭ ਦੀਆਂ ਸਿਵਿਆਂ 'ਚ ਨੇ। ਦੂਰ ਗਗਨ ਸਿਰ ਉੱਪਰ ਮਰਨਾ। ਹਰ ਇੱਕ ਬੰਦੇ ਦੇ ਮੌਤ ਜਿਹੜੀ ਆ ਸਿਰ ਤੇ ਆ। ਹੁਣ ਕਈ ਦਾਦੇ ਪੜਦਾਦੇ ਬੈਠੇ ਆ, ਪੋਤੇ ਪੜੋਤੇ ਪਹਿਲਾਂ ਤੁਰ ਗਏ। ਰੱਬ ਨਾ ਕਰੇ ਕਿਸੇ ਦੇ ਏਦਾਂ ਹੋਵੇ। ਇਹ ਕਹਿੰਦੇ ਆ ਵੀ ਸਾਹਾਂ ਤੇ ਆਧਾਰਿਤ ਜੀਵਨ ਆ, ਜਿਸ ਦਿਨ ਸਾਹ ਖਤਮ ਹੋ ਗਏ ਬੰਦਾ ਤੁਰ ਗਿਆ। ਹੁਣ ਭਾਈ ਕੇਵਲ ਸਿੰਘ ਪਰਿਵਾਰ 'ਚ ਸਭ ਤੋਂ ਛੋਟੇ ਸੀਗੇ, ਵੱਡੇ ਬੈਠੇ ਨੇ। ਬਾਨਾ ਜੋ ਵੀ ਹੋਇਆ ਨਾ ਹੋਇਆ, ਪਰਮਾਤਮਾ ਜਾਣਦਾ। ਜਿੰਨੀ ਕਿਸੇ ਦੇ ਕੋਲ ਸਵਾਸਾਂ ਦੀ ਪੂੰਜੀ ਹੈ, ਉਹਨੂੰ ਬੰਦਾ ਭੋਗੇਗਾ ਤੇ ਇੱਥੋਂ ਤੁਰ ਜਾਣਾ। ਉਹ ਹੁਣ ਸਾਡੀਆਂ ਗੱਲਾਂ ਨੇ ਕਿ ਮੇਰੀਆਂ ਜ਼ਿੰਮੇਵਾਰੀਆਂ ਰਹਿੰਦੀਆਂ ਨੇ, ਮੇਰੇ ਕੰਮ ਨੇ, ਅਜੇ ਜਾਣ ਦੀ ਉਮਰ ਨਹੀਂ ਸੀ ਬੰਦੇ ਦੀ, ਕਿਉਂ ਚੱਲ ਗਿਆ। ਕਿਸਾਨ ਦਾ ਹੱਕ ਹੈ ਆਪਣੀ ਬੀਜੀ ਵੀ ਫਸਲ ਨੂੰ ਪੱਕੀ ਵੱਢ ਲੈ, ਕੱਚੀ ਵੱਢ ਲੈ, ਇੱਛਾ। ਇਸੇ ਤਰ੍ਹਾਂ ਇਹ ਕਾਚੀ ਪਾਕੀ ਬਾੜ ਪੁਰਾਣੀ ਨਾ ਜੀ, ਉਹ ਪ੍ਰਮਾਤਮਾ ਬੁਢੇਪੇ 'ਚ ਸੱਦਦਾ, ਅਧਖੜ ਉਮਰ ਸੱਦਦਾ, ਜਵਾਨੀ 'ਚ ਸੱਦਦਾ, ਜਾਂ ਫਿਰ ਬਚਪਨ 'ਚ ਸੱਦ ਲਏ। ਉਹ ਹੁਣ ਸਾਹਾਂ ਤੇ ਆਧਾਰਿਤ ਆ। ਉਹਨੇ ਇਹ ਨਹੀਂ ਵੇਖਣਾ ਕਿ ਬੰਦੇ ਦੇ ਕੰਮ ਰਹਿੰਦੇ ਨੇ। ਆਏ ਕਠਨ ਦੂਤ ਜੰਮ ਲੈਣਾ, ਉਹ ਕਠਨ ਸੁਭਾਅ ਦੇ ਨੇ। ਅਸੀਂ ਕਈ ਵਾਰ ਨਰਮਾਈ ਵਰਤਾਂਗੇ, ਤਰਸ ਆ ਜਾਂਦਾ ਵੀ ਨਾ ਯਾਰ, ਵੀ ਬੰਦੇ ਦੇ ਕੰਮ ਬੜੇ ਨੇ, ਬੜੀਆਂ ਮਜਬੂਰੀਆਂ ਨੇ, ਜ਼ਿੰਮੇਵਾਰੀਆਂ ਨੇ। ਉੱਥੇ ਨਹੀਂ ਆ। ਉਹ ਫਿਰ ਹਰ ਫਰਮਾਨ ਦਰਗੇ ਕਾ ਆਇਆ, ਭਾਵ ਜਿਨ ਕੀ ਚੀਰੀ ਦਰਗਹਿ ਫਾਟੀ ਤਿੰਨਾ ਮਰਨਾ ਭਾਈ।
ਇੱਕ ਵਾਰੀ ਉਥੋਂ ਕੱਟ ਗਈ ਪਰਚੀ, ਚਿੱਠੀ ਚੀਰੀ, ਉੱਥੇ ਤੁਰਨਾ ਪੈਣਾ। ਭਾਵ ਅਸੀਂ ਮਰਜ਼ੀ ਨਾਲ ਆਏ ਨਹੀਂ, ਮਰਜ਼ੀ ਨਾਲ ਜਾਣਾ ਨਹੀਂ। ਇੱਕ ਜ਼ੋਰ ਹੈ ਬੰਦੇ ਦਾ ਕਿ ਮੈਂ ਮਰਜ਼ੀ ਨਾਲ ਰਹਿਣਾ, ਕੋਈ ਨਹੀਂ ਰਹਿ ਸਕਦਾ। ਸਾਡਾ ਜਨਮ ਨਹੀਂ ਸਾਡੇ ਹੱਥ 'ਚ, ਸਾਡਾ ਮਰਨ ਨਹੀਂ ਸਾਡੇ ਹੱਥ 'ਚ। ਬੱਸ ਦੇ ਵਿੱਚ ਵਿਚਾਲਾ ਜੀਵਨ ਬੰਦਾ ਕੋਸ਼ਿਸ਼ ਕਰਦਾ ਕਿ ਮੇਰੇ ਹੱਥ 'ਚ ਆ, ਨਹੀਂ ਹਾਂ। ਨਾ ਤਾਂ ਸਾਡਾ ਆਦ ਸਾਡੇ ਹੱਥ ਹੈ, ਨਾ ਸਾਡਾ ਅੰਤ ਸਾਡੇ ਹੱਥ ਆ। ਜੋਰ ਨਾ ਜੀਵਨ ਮਰਨ ਨੈ ਜੋਰ। ਨਾ ਤਾਂ ਜ਼ੋਰ ਨਾਲ ਜਿਉਇਆ ਜਾ ਸਕਦਾ ਤੇ ਨਾ ਹੀ ਜ਼ੋਰ ਦੇ ਨਾਲ ਮਰਿਆ ਜਾ ਸਕਦਾ। ਕਈ ਕੋਸ਼ਿਸ਼ ਕਰਦੇ ਆ, ਬਚ ਜਾਂਦੇ ਆ। ਨਹੀਂ ਹਲੇ ਬੰਦੇ ਦਾ ਸਮਾਂ ਆਇਆ ਜੀ। ਸਰਫ ਹੈ ਸਦਾ ਸਦਾ, ਏਵੇਂ ਗਈ ਵਿਹਾਏ। ਨਾਨਕ ਕਿਸ ਨੂੰ ਆਖੀਐ, ਬਿਨ ਪੁੱਛਿਆ ਹੀ ਲੈ ਜਾਏ। ਹੁਣ ਜੇ ਉਹ ਪੁੱਛਣ ਲੱਗ ਜੇ ਵੀ ਜਾਏਗਾ, ਨਾਲੇ ਕਿਹੜਾ ਕਹਿੰਦਾ ਮੈਂ ਜਾਊਂ। ਹਰ ਇੱਕ ਬੰਦਾ ਮੁੱਦਤਾਂ ਦੀਆਂ ਆਸਾਂ ਲਗਾ ਕੇ ਬੈਠੇ ਆ ਸੰਸਾਰ 'ਚ। ਆਪਾਂ ਲਾਈਆਂ ਨੇ ਸਭ ਨੇ ਫਿਊਚਰ ਪਲੈਨਿੰਗਾਂ ਤਾਂ ਹੀ ਬਣਾਉਂਦੇ ਆ। ਮੈਂ ਆਹ ਕਰਨਾ, ਮੈਂ ਆਹ ਘਰ-ਬਾਰ, ਆਹ ਕੋਠੀ ਬਣਾਉਣੀ ਆ, ਆਹ ਗੱਡੀ ਲੈਣੇ। ਭਾਵ ਅਸੀਂ ਵਰਤਣ ਵਾਸਤੇ ਕਰਨੇ, ਇਹ ਨਹੀਂ ਵੀ ਨਾ ਬਣਾਓ। ਸਾਡੀਆਂ ਇੱਛਾਵਾਂ ਨੇ ਸਾਲਾਂ ਵਧੀ ਜਿਉਂਦਾ ਰਹਿਣ ਦੀਆਂ। ਕਈ ਵਾਰ ਬੰਦਾ ਹੱਸ ਖੇਡ ਕੇ ਬੜੀ ਭੱਜ ਨੱਠ ਕਰਕੇ, ਬੜੀ ਮਿਹਨਤ ਕਰਕੇ ਘਰ-ਬਾਰ ਬਣਾਉਂਦਾ ਹੈ, ਗੱਡੀਆਂ ਬਣਾਉਂਦਾ ਹੈ, ਤੇ ਗੁਰਮੁਖੋ ਫਿਰ ਉਹਨਾਂ ਨੂੰ ਵਰਤਣ ਵਾਸਤੇ ਰਹਿੰਦੇ ਹੀ ਨਹੀਂ। ਖਤਮ ਹੋ ਜਾਂਦੀ ਹੈ ਕਹਾਣੀ। ਕੀ ਮੇਲ ਹੋ ਗਿਆ। ਭਾਵ ਜਦੋਂ ਸਾਹਾਂ ਦੀ ਖੇਡ ਖਤਮ, ਬੰਦਾ ਵੀ ਖਤਮ। ਉੱਥੇ ਪਿੱਛੋਂ ਜੋ ਵੀ ਬਣਾਇਆ, ਬੱਚਿਆਂ ਦਾ ਪਰਿਵਾਰ ਸਾਂਭੂ, ਕੋਈ ਹੋਰ ਸਾਂਭ ਲਓ। ਏਦਾਂ ਸਾਡੀਆਂ ਇੱਛਾਵਾਂ ਨੇ ਮਦਦਾਂ ਦੀਆਂ। ਅਸੀਂ ਮੌਤ ਬੜੀ ਦੂਰ ਸਮਝਦੇ ਹਾਂ, ਕਿਉਂਕਿ ਜੀਵਨ ਜਿਹੜਾ ਵਾ ਨਾ ਜੀ, ਸੋ ਦਿਨ ਆਵਣ ਲੱਗਾ। ਆ ਜੀਵਨ ਦਾ ਅੱਜ ਦਾ ਦਿਨ ਜਿਹੜਾ ਵਾ, ਜੋ ਦਿਨ ਆਵੇ ਸੋ ਦਿਨ ਜਾਹੀ। ਕਰਨਾ ਕੂਚ ਰਹਿਣ ਥਿਰ ਨਾਹੀ। ਅੱਜ ਦਾ ਦਿਨ ਸਾਡੀ ਜ਼ਿੰਦਗੀ ਦਾ ਚੜ੍ਹਿਆ। ਭਾਈ ਕੇਵਲ ਸਿੰਘ ਦੀ ਜ਼ਿੰਦਗੀ ਦਾ ਨਹੀਂ, ਉਹਨੇ ਦੇਖਣਾ ਨਹੀਂ ਸੀ। 10 ਦਿਨ ਹੋ ਗਏ ਉਹਨੂੰ ਚੱਲ ਗਏ ਨੂੰ। ਆਹ ਦਿਨ ਨਹੀਂ ਸੀ ਉਹਨੇ ਦੇਖਣੇ। ਆਪਾਂ ਦੇਖ ਰਹੇ ਹਾਂ ਅੱਜ ਦਾ ਦਿਨ। ਕੱਲ ਦਾ ਦਿਨ ਜਿਹੜਾ ਆਉਣਾ ਕੀ ਪਤਾ ਮੈਂ ਨਾ ਦੇਖਾਂ, ਤੁਹਾਡੇ ਚੋਂ ਨਾ ਕੋਈ ਦੇਖ ਸਕੇ। ਭਾਵ ਇੱਕ ਨਾ ਇੱਕ ਦਿਨ ਐਸਾ ਆਉਣਾ ਹਰ ਇੱਕ ਬੰਦੇ ਦਾ, ਜਿਹੜਾ ਦਿਨ ਸੰਸਾਰ ਦਾ ਨਹੀਂ ਦੇਖਣਾ। ਇੱਕ ਨਾ ਇੱਕ ਦਿਨ ਉਹ ਆਏਗਾ ਜਿੱਦੇ ਅਸੀਂ ਨਹੀਂ ਉੱਠਣਾ, ਜਿੱਦੇ ਸਾਡੇ ਅੱਖਾਂ ਦੀ ਦ੍ਰਿਸ਼ਟੀ ਰੋਸ਼ਨੀ ਖਤਮ, ਸਰੀਰ ਖਤਮ, ਨਹੀਂ ਹਿੱਲ ਜੁਲ ਹੋਏਗੀ, ਨਹੀਂ ਪ੍ਰਾਣ ਹੋਣਗੇ ਅੰਦਰ। ਇੱਕ ਦਿਨ ਉਹ ਆਏਗਾ। ਕਦੋਂ ਆਉਂਦਾ ਹੈ ਖੁਦਾ ਜਾਣਦਾ ਹੈ। ਹੁਣ ਜੇ ਸਾਨੂੰ ਐਵੇਂ ਪਤਾ ਲੱਗ ਜੇ ਪਹਿਲੀ ਵੀ ਫਲਾਣੀ ਤਰੀਕ, ਫਲਾਣੀ ਜਗ੍ਹਾ, ਫਲਾਣੇ ਦਿਨ ਮੈਂ ਜਾਣਾ ਹੈ। ਕਈਆਂ ਨੂੰ ਪਤਾ ਲੱਗਿਆ, ਫਿਰ ਉਹਨਾਂ ਨੇ ਯਤਨ ਕੀਤੇ ਮੌਤ ਤੋਂ ਬਚਣ ਦੇ, ਸੰਸਾਰ ਵਿੱਚੋਂ ਕਿ ਨਾ ਜਾਈਏ, ਯਤਨ ਕੀਤਾ। ਪਰ ਗੁਰਮੁਖ ਪਿਆਰਿਓ, ਮਲਕਲ ਮੌਤ ਜਾਂ ਆਪਸੀ ਸਭ ਦਰਵਾਜ਼ੇ ਭੰਨ। ਜਿੱਥੇ ਮਰਜੀ ਭੱਜ ਲਈਏ, ਆਖਰੀ ਸਾਹ ਜਦੋਂ ਆਉਣਾ ਉਹ ਤਾਂ ਆਏਗਾ। ਮੌਤ ਆਉਣਗੀਆਂ ਹੀ ਆਉਣਗੀਆਂ। ਉਹ ਕਹਿੰਦੇ 100 ਦਿਨ ਆਵਣ ਲੱਗਾ। ਆਖਰੀ ਦਿਨ ਜਿਹੜਾ ਬੰਦੇ ਦਾ ਨੇੜੇ ਆ ਰਿਹਾ, ਦਿਨੋਂ ਦਿਨ। ਬੜੀ ਖਤਰਨਾਕ ਘਾਟੀ ਆ ਸਾਡੀ। ਇੱਥੇ ਬੈਠੇ ਆ, ਜ਼ਿੰਦਗੀ ਦਾ ਸਫ਼ਰ ਤਾਂ ਵੀ ਜਾਰੀ ਆ। ਸਫ਼ਰ ਕਰ ਰਹੇ ਆ, ਕਿਧਰੇ ਜਾ ਰਹੇ ਆ, ਜ਼ਿੰਦਗੀ ਦਾ ਸਫ਼ਰ ਤਾਂ ਵੀ ਜਾਰੀ ਆ। ਅਸੀਂ ਲੰਘਾ ਰਹੇ ਆ, ਬੀਤ ਰਿਹਾ। ਬੀਤ ਜਹੈ ਜਨਮ ਅਕਾਜ ਰੇ। ਉਹ ਕਹਿੰਦੇ ਆ ਜਨਮ ਬੀਤਦਾ ਜਾਂਦਾ, ਨਾਮ ਤੋਂ ਬਿਨਾਂ ਬਿਰਥਾ। ਜਿਸ ਦਿਨ ਸੁਣ ਕੇ ਪ੍ਰਾਣ ਸਮਝਤ ਨਹਿਰੇ ਅਜਾਨ। ਕਾਲ ਤੋਂ ਪਹੁੰਚਿਓ ਆਨ, ਕਹਾਂ ਜਹੈ ਭਾਜਰੇ। ਕਹਿੰਦੇ ਕਿਉਂ ਨਹੀਂ ਸੁਣਦਾ ਭਾਈ? ਸਮਾਂ ਕਾਲ ਤੇਰਾ ਸਮਾਂ ਮੌਤ ਦਾ,
ਉਹ ਸਮਾਂ ਜਿਹੜਾ ਆ ਰਿਹਾ ਨੇੜੇ। ਕਿੱਥੇ ਜਾਣਾ ਭੱਜ ਕੇ? ਜ਼ਿੰਦਗੀ ਬੀਤ ਰਹੀ ਆ, ਜਿੱਥੇ ਮਰਜੀ ਆ, ਸਫ਼ਰ ਜਾਰੀ ਆ। ਸੁੱਤੇ ਆ, ਬੈਠੇ ਆ, ਗੱਲਾਂ ਬਾਤਾਂ ਕਰ ਰਹੇ ਆ, ਖਾ ਪੀ ਰਹੇ ਆ, ਸਫ਼ਰ ਦੇ ਵਿੱਚ ਆ, ਤਾਂ ਵੀ ਅਸੀਂ ਉਹ ਦਿਨੋਂ ਦਿਨ ਸਾਡੇ ਕਦਮ ਜਿਹੜੇ ਆ ਮੌਤ ਵੱਲ ਵੱਧਦੇ ਜਾਂਦੇ ਆ। ਉਹ ਆਖਰੀ ਦਿਨ ਸਾਡਾ ਨੇੜੇ ਆਉਂਦਾ ਜਾਂਦਾ। ਕਿਹੜੀ ਜਗ੍ਹਾ ਆਉਣਾ ਜਾ ਕੇ ਕੋਈ ਪਤਾ ਨਹੀਂ, ਕੋਈ ਪਤਾ ਨਹੀਂ ਜੀ ਕਿੱਥੇ ਹੋ ਜਾਣਾ, ਕਿਹੜਾ ਦਿਨ ਸਾਡੀ ਜ਼ਿੰਦਗੀ ਦਾ ਆਖਰੀ ਹੋਵੇ, ਕਿਹੜਾ ਸਾਹ ਆਖਰੀ ਹੋਵੇ। ਕਿਉਂਕਿ ਹਰ ਜਪਦਿਆਂ ਖਿਨ ਢਿੱਲਣਾ ਮੀਰ ਕੀਜੀ ਮੇਰੀ ਜਿੰਦੜੀਏ ਮਤ ਕੇ ਜਾਪੈ ਸਭ ਆਵੇ ਕੇ ਨਾ ਆਵੇ ਰਾਮ। ਅਗਲਾ ਸਾਹ ਆਉਣਾ ਜਾਂ ਨਹੀਂ ਆਉਣਾ ਕੋਈ ਭਰੋਸਾ ਨਹੀਂ ਆ। ਕਿੰਨੀ ਕੁ ਜ਼ਿੰਦਗੀ ਆ, ਉਹ ਆਖਰੀ ਦਿਨ ਆ ਰਿਹਾ ਜੀਵਨ ਦਾ। ਮਹਾਰਾਜ ਕਹਿੰਦੇ ਆ ਜੀ, ਸੰਗ ਚਲਤ ਹੈ ਹਮ ਵੀ ਚੱਲਣਾ। ਜਿਹੜੇ ਸੰਗੀ ਸਾਡੇ ਨਾਲ ਦੇ ਤੁਰ ਗਏ ਪਿੱਛੇ, ਸੰਗ ਸਖਾ ਸਭ ਤਜ ਗਏ, ਕੋ ਨਾ ਨਿਭਿਓ ਸਾਥ। ਅਗਲਾ ਅਰਥ ਆ ਸਾਡੇ ਸੰਗ, ਰਸ ਮੰਨਣ ਦੀ ਬਿਰਤੀ, ਵੇਖਣ ਦੀ ਸ਼ਕਤੀ, ਸੁਣਨ ਦੀ ਸ਼ਕਤੀ, ਬੋਲਣ ਦੀ ਸ਼ਕਤੀ, ਚੱਲਣ ਫਿਰਨ ਦੀ ਸ਼ਕਤੀ ਬੀਤਦੀ ਜਾਂਦੀ ਆ, ਬੀਤ ਗਈ। ਚੱਬਣ ਚੱਲਣ ਰਤਨ ਸੇ ਸੁਣੀਆਂ ਰਵੈ ਗਏ, ਹੇੜੇ ਮੋਤੀ ਧਾ ਸੇ ਜਾਨੀ ਚਲ ਗਏ। ਚੱਲਣ ਦੀ ਸ਼ਕਤੀ ਖਤਮ, ਦੰਦ ਗਏ। ਚੱਬਣ ਦੀ ਸ਼ਕਤੀ ਖਤਮ, ਵੇਖਣ ਦੀ ਸ਼ਕਤੀ ਖਤਮ, ਆ ਸੁਣਨ ਦੀ ਸ਼ਕਤੀ ਖਤਮ। ਸੁਨੇਹਾ ਹੈ ਕਿ ਜਾਏਗਾ ਤਿਆਰੀ ਕਰ ਲੈ। ਫਿਰ ਨਾਲ ਦੇ ਸੱਜਣ ਮਿੱਤਰ ਜਿਹੜੇ ਸੀਗੇ ਨਾਲ ਪਿੱਛੇ ਤੁਰ ਗਏ ਉਹ। ਕਿਉਂਕਿ ਜਿੰਨੇ ਵੀ ਆ ਨਾ ਜੀ, ਇੱਕ ਸੱਜਣ ਚੱਲੇ ਇੱਕ ਚੱਲ ਗਏ, ਰਹਿੰਦੇ ਪੀ ਫੁਨ ਜਾਏ। ਇਹ ਹੁਣੇ ਹੁਣ ਚੱਲੇ ਆ, ਇੱਕ ਪਿਛਲੇ ਸਮਿਆਂ 'ਚ ਤੁਰ ਗਏ। ਜੇ ਤੇ ਜਿਹੜੇ ਆਪਾਂ ਰਹਿੰਦੇ ਆ, ਆਪਾਂ ਵੀ ਜਾਣਾ। ਜੇ ਜਾਣਾ ਹੀ ਆ, ਤੁਰ ਜਾਣਾ ਸਭ ਨੇ। ਫਿਰ ਮਾਰ ਸਮਝਾਉਂਦੇ ਕੀ ਆ ਭਾਈ, ਜਿੰਨੀ ਸਤਿਗੁਰੂ ਨਾਲ ਸੇਵਿਓ ਸੇ ਆਏ ਗਏ ਪਛਤਾਏ। ਗੁਰੂ ਗੁਰੂ ਕਰਿਆ ਕਰੋ। ਕੋਈ ਪਤਾ ਨਹੀਂ ਕਿਹਦਾ ਸੁਨੇਹਾ ਕਿੱਥੇ ਕਿਵੇਂ ਆ ਜੇ, ਕਿਉਂਕਿ ਉਹਨੇ ਪੁੱਛਣਾ ਨਹੀਂ। ਨਾਨਕ ਕਿਸ ਨੂੰ ਆਖੀਏ ਬਿਨ ਪੁੱਛਿਆ ਹੀ ਲੈ ਜਾਏ। ਉਹ ਸਲਾਹ ਨਹੀਂ ਕਰਦਾ ਵੀ ਉਹ ਮੀਤਨਾ ਮਸਲਤ ਧਰੈ, ਜੋ ਕਿਛ ਕਰੈ ਸੋ ਆਪੇ ਕਰੇ। ਉਹ ਕਿਸੇ ਨਾਲ ਮਸ਼ਵਰਾ ਨਹੀਂ ਕਰਦਾ ਕਿ ਹਾਂ ਇਹ ਬੰਦੇ ਨੂੰ ਲਿਜਾਈਏ ਜਾਂ ਨਾ ਲਿਜਾਈਏ, ਕੀ ਸਲਾਹ ਇਹਦੇ ਬਾਰੇ। ਫਿਰ ਨਹੀਂ, ਉਹ ਸਭ ਕੁਛ ਆਪੇ ਆ। ਹਰ ਪ੍ਰਮਾਣ ਦਰਗੇ ਕਾ ਆਇਆ। ਸਾਹਾਂ ਦੇ ਆਧਾਰਿਤ ਜੀਵਨ, ਸਾਹਾਂ ਦੀ ਖੇਡ ਹੈ। ਹਰ ਇੱਕ ਬੰਦੇ ਦੀ ਸਾਹਾਂ ਦੀ ਖੈਰ ਜਿਹੜੀ ਮਿਲੀ ਆ, ਦਿਨੋਂ ਦਿਨ ਉਹ ਖਤਮ ਹੁੰਦੀ ਜਾਂਦੀ ਆ। ਹੁਣ ਬੈਠੇ ਆ ਤਾਂ ਵੀ ਉਹਨੂੰ ਅਸੀਂ ਖਰਚ ਰਹੇ ਹਾਂ ਜੀ। ਖਾ ਪੀ ਰਹੇ ਆ ਤਾਂ ਵੀ ਖਰਚਦੇ ਆ, ਸੁੱਤੇ ਆ ਤਾਂ ਵੀ ਖਰਚ ਰਹੇ ਆ, ਸਫ਼ਰ ਦੇ ਵਿੱਚ ਜਾ ਰਹੇ ਆ ਤਾਂ ਵੀ ਉਹ ਖਰਚ ਹੋ ਰਹੀ ਆ। ਫਿਰ ਦੂਰ ਗਗਨ ਸਿਰੀ ਉੱਪਰ ਮਰਨਾ, ਬਾਟਾਂ ਬੜੀਆਂ ਲੰਮੇਰੀਆਂ ਪੈਣੀਆਂ ਨੇ। ਉਹ ਆਉਣ ਵਾਲਾ ਸਮਾਂ ਜਿਹੜਾ ਅਗਲਾ ਮੌਤ ਤੋਂ ਬਾਅਦ, ਮਹਾਰਾਜ ਜੀ ਕਹਿੰਦੇ ਆ, ਦਸਵੇਂ ਦੱਦਾ ਹੋਆ ਸਾ, ਉਡਿਆ ਹੰਸ ਦਸਾਏ ਰਾਹ। ਪਿੱਛੋਂ ਆਇਆ ਗਿਆ ਮੋਇਆ ਨਾਉ, ਪਿੱਛੋਂ ਪਤਲ ਸਦਿਓ ਕਾਵ। ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੂਬਾ ਸੰਸਾਰ। ਮੌਤ ਤੋਂ ਬਾਅਦ ਫਿਰ ਅਗਲੇ ਰਾਹ ਪੁੱਛਦਾ ਬੰਦਾ, ਆਤਮਾ, ਜੀਵ ਆਤਮਾ। ਤੇ ਉੱਥੇ ਗੁਰਮੁਖ ਪਿਆਰਿਓ ਆਇਆ ਗਿਆ, ਨਾਮ ਵੀ ਮਰ ਗਿਆ ਬਾਅਦ ਵਿੱਚ। ਪਿੱਛੋਂ ਘਰਦਿਆਂ ਨੇ ਪਿੰਡ ਭਰਾਉਣੇ ਆ, ਭਾਵ ਬਨੇਰਿਆਂ ਤੇ ਕਾਵਾਂ ਨੂੰ ਸੱਦਣਾ, ਜਾਂ ਸਰਾਧ ਮਨਾਉਂਦੇ ਆ ਲੋਕ ਵੀ ਸਾਡੇ ਪਿੱਤਰਾਂ ਤੱਕ ਜਿਹੜਾ ਸਾਡਾ ਗਿਆ ਬੰਦਾ ਉਹਦੇ ਤੱਕ ਆ ਭੋਜਨ ਜੋ ਕਰਦਾ ਬੰਦਾ, ਸਰਾਧ ਦਾਨ ਪੁੰਨ ਜਾਂ ਵੀ ਪਹੁੰਚੂ, ਨਹੀਂ ਪਹੁੰਚਦਾ। ਕਿਉਂਕਿ ਸਭ ਕੁਛ ਜੀਵਤ ਕੋ ਵਿਵਹਾਰ, ਹਰ ਇੱਕ ਚੀਜ਼ ਸਭ ਕੁਛ ਬਾਣੀ ਕਹਿੰਦੀ ਹੈ ਜਿਉਂਦੇ ਜੀ ਸੰਬੰਧ ਹੈ, ਮਰਨ ਤੋਂ ਬਾਅਦ ਨਹੀਂ ਆ। ਮਰਨ ਤੋਂ ਬਾਅਦ ਨਹੀਂ। ਸਿਰ ਉੱਪਰ ਮਰਨਾ ਮੌਤ ਜਿਹੜੀ ਹਰ ਇੱਕ ਦੇ ਸਿਰ ਤੇ ਆ। ਜਿੱਧਰ ਮਰਜੀ ਦੇਖ ਲਓ, ਦੁਨੀਆ
ਇੰਨੀ ਕੁ ਦੁਖੀ ਆ ਕਿ ਉਹਨਾਂ ਦੇ ਦੁੱਖ ਨੂੰ ਦੇਖ ਕੇ ਮੇਰਾ ਦੁੱਖ ਕੁਛ ਨਹੀਂ ਲੱਗਣਾ। ਚਲੋ ਜਿਸ ਤਨ ਲੱਗੈ ਸੋਈ ਜਾਣੈ, ਜਿਹਨੂੰ ਲੱਗਦੀ ਆ ਨਾ ਉਹੀ ਜਾਣਦਾ। ਅਵਰ ਕੋ ਜਾਣੈ ਪੀਰ ਪੁਰਾਈ। ਦੂਜਾ ਦੂਜੇ ਦੀ ਪੀੜ ਨੂੰ ਕਿਵੇਂ ਸਮਝੂ? ਜਿਹਨੂੰ ਕੋਈ ਤਕਲੀਫ ਹੈ, ਦੁੱਖ ਹੈ ਨਾ, ਉਸੇ ਨੂੰ ਲੱਗਦਾ। ਦੂਜਾ ਕੀ ਆ? ਦੂਜੇ ਨੇ ਤਾਂ ਫੀਲ ਵੀ ਨਹੀਂ ਕਰਨਾ। ਸੋ ਲੋਕ ਇੰਨੇ ਦੁਖੀ ਨੇ, ਜਿਹਦੇ ਕੋਲ ਮਰਜ਼ੀ ਗੱਲਬਾਤ ਛੇੜ ਲਓ, ਜਿਹਨੂੰ ਮਰਜ਼ੀ ਦੁੱਖ ਦੱਸਣ ਲੱਗ ਜਾਓ ਆਪਣਾ, ਜਾਂ ਵੇਖੋ, ਦੁਨੀਆ ਬੜੀ ਦੁਖੀ ਆ। ਜਿਸ ਮਨੁੱਖ ਪੈ ਕਰੋ ਬੇਨੰਤੀ, ਸੋ ਆਪਣੇ ਦੁੱਖ ਭਰਿਆ। ਹਰ ਇੱਕ ਬੰਦਾ ਦੁੱਖਾਂ ਨਾਲ ਭਰਿਆ ਪਿਆ, ਹਰ ਇੱਕ ਬੰਦਾ ਦੁਖੀ ਆ। ਹਰ ਇੱਕ ਦਾ ਆਪੋ ਆਪ ਦਾ ਦੁੱਖ ਵੱਡਾ ਹੈ, ਪਰ ਦੁਨੀਆ ਗੁਰਮੁਖੋ ਬਹੁਤ ਦੁਖੀ ਹੈ ਜੀ। ਵੇਖ ਕੇ ਰੱਬ ਦੀਆਂ ਕੁਦਰਤਾਂ ਇਹ ਹੈਰਾਨ ਹੋਈ ਜਾਂਦਾ। ਰੱਬ ਦੀ ਰਜ਼ਾ ਹੈ, ਬੰਦੇ ਦੇ ਕਰਮ ਨੇ। ਇਥੇ ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਦੁਖੀ ਆ ਜੀ, ਆਪੇ ਹੀ ਨਹੀਂ। ਕੋਈ ਤਨ ਦੁਖੀ, ਕੋਈ ਮਨ ਦੁਖੀ, ਕੋਈ ਚਿੰਤਾ ਚਿਤ ਉਦਾਸ, ਥੋੜੇ ਥੋੜੇ ਸਭ ਦੁਖੀ, ਇੱਕ ਸੁਖੀ ਹਰੀ ਕੇ ਦਾਸ। ਰੱਬ ਦੀ ਰਜ਼ਾ ਚ ਰਵਾਂਗੇ, ਰੱਬ ਰੱਬ ਕਰਦੇ ਰਵਾਂਗੇ, ਬੰਦਗੀ ਨਾਲ ਜੁੜੇ ਰਵਾਂਗੇ ਪ੍ਰੇਮੀਓ, ਜ਼ਿੰਦਗੀ ਸੁਖੈਨ ਰਹਿਣੀ ਆ। ਨਹੀਂ, ਹਰ ਇੱਕ ਬੰਦਾ ਦੁਖੀ ਆ ਜੀ। ਨਾਲ ਜਿਹੜੇ ਆਹ ਸਮੇਂ ਨੇ, ਆਹ ਭੀੜਾਂ ਨੇ, ਇਹ ਤਾਂ ਹਰ ਇੱਕ ਤੇ ਆਈਆਂ ਨੇ, ਹਰ ਇੱਕ ਯੁੱਗ ਦੇ ਵਿੱਚ ਆਈਆਂ ਨੇ। ਸਤਯੁਗ ਵਿੱਚ, ਤ੍ਰੇਤੇ ਚ, ਦੁਆਪਰ ਚ, ਕਲਯੁਗ ਚ ਹੁਣ ਵੀ ਆ ਰਹੀਆਂ ਨੇ। ਇਹ ਵੱਡੇ ਵੱਡੇ ਜਿਹੜੇ ਰਾਜੇ ਮਹਾਰਾਜੇ, ਹੋਰ ਜਿਹੜੇ ਵੀ ਸੀ ਉਸ ਸਮੇਂ ਦੇ, ਹਰ ਇੱਕ ਦੇ ਇਹ ਦੁੱਖ ਆਇਆ। ਹਰ ਇੱਕ ਬੰਦਾ ਦੁਖੀ ਹੋ ਕੇ ਗਿਆ। ਜਦੋਂ ਗੌਰ ਨਾਲ ਵੇਖਾਂਗੇ, ਹਰ ਇੱਕ ਦੇ ਇੱਕ ਸਮਾਂ ਆ ਰਿਹਾ। ਧਿਆਨ ਮਾਰੋ, ਗੁਰਬਾਣੀ ਕੀ ਕਹਿੰਦੀ ਆ। ਦੁਆਪਰ ਚ, ਤ੍ਰੇਤੇ ਚ ਬੜੇ ਲੋਕ ਦੁਖੀ ਹੋਏ ਨੇ, ਅੱਜ ਵੀ ਹੋ ਰਹੇ ਨੇ। ਇੱਥੋਂ ਤੱਕ ਇੰਦਰਪੁਰੀ ਦਾ ਰਾਜਾ, ਉਹਨੇ ਵੀ ਦੁੱਖ ਭੋਗਿਆ। ਉਹਨੇ ਵੀ ਗੁਰਮੁਖ ਪਿਆਰਿਓ 2000 ਸਾਲ ਗੰਦੇ ਟੋਭੇ ਚ, ਗੰਦਗੀ ਚ ਖੜ ਕੇ ਕੱਟੇ ਨੇ, ਕੁਕਰਮ ਕਰਨ ਪਿੱਛੇ। ਭਾਵ ਨਾਨਕ ਦੁਖੀਆ ਸਭ ਸੰਸਾਰ। ਸਾਰਾ ਸੰਸਾਰ ਹੀ ਦੁਖੀ ਹੈ, ਜਿੱਧਰ ਮਰਜੀ ਵੇਖ ਲਓ। ਸੰਸਰ ਦਾਨ ਦੇ ਇੰਦਰ ਰਵਾਇਆ, ਉਹ ਰੋਇਆ ਆਪਣਾ ਕਰਮ ਭੋਗ ਕੇ। ਫਿਰ ਭਾਵ ਗੌਤਮ ਤਪਾ ਅਹਲਿਆ ਇਸਤਰੀ, ਤਿਸ ਦੇਖ ਇੰਦਰ ਲੁਭਾਇਆ। ਸਹਿਸ ਚਿਹਨ ਚਿਹਨ ਪਗ ਹੋਏ, ਸਹਿਸ ਸਰੀਰ ਚਿਹਨ ਪਗ ਹੋਏ, ਤਾਂ ਮਨ ਪਛੋ ਤਾਇਆ। ਹਜ਼ਾਰਾਂ ਭਗਾਂ, ਹਜ਼ਾਰਾਂ ਨਿਸ਼ਾਨੀਆਂ ਹੋ ਗਈਆਂ। ਆ ਵੀਰੇ ਮੋਬਾਈਲ ਡਿੱਗਿਆ ਕਿਸੇ ਦਾ, ਹਜ਼ਾਰਾਂ ਨਿਸ਼ਾਨੀਆਂ ਹੋ ਗਈਆਂ ਸਰੀਰ ਤੇ। ਇੱਕ ਗਲਤੀ ਕਰਕੇ, ਇੱਕ ਕੁਕਰਮ ਕਰਕੇ ਹਜ਼ਾਰਾਂ ਨਿਸ਼ਾਨੀਆਂ, ਉਹ ਦੁੱਖ ਭੋਗਿਆ ਜੀ। ਨਿਸ਼ਾਨੀਆਂ ਬਣ ਗਈਆਂ ਫਿਰ ਹਜ਼ਾਰਾਂ ਹੀ, ਜਿਹਦੇ ਪਿੱਛੇ ਫਿਰਦਾ ਸੀਗਾ। ਸੰਸਰ ਦਾਨ ਦੇ ਇੰਦਰ ਰਵਾਇਆ, ਪਰਸਰਾਮ ਰੋਵੇ ਕਰ ਆਇਆ। ਨਾਨਕ ਦੁਖੀਆ ਸਭ ਸੰਸਾਰ। ਪਰਸਰਾਮ ਜਮਦਗਨੀ ਦਾ ਪੁੱਤਰ, ਉਹਨੇ ਛਤਰੀਆਂ ਦੀ ਕੁੱਲ ਨੂੰ ਖਤਮ ਕਰਨ ਦੀ ਸਹੁੰ ਖਾਧੀ ਸੀ। ਛਤਰੀਆਂ ਦੀ ਕੁੱਲ ਨੂੰ, ਵਿਚਾਰਾ ਲੰਮੀਆਂ ਨੇ, ਆਪਾਂ ਦੁੱਖ ਦੀ ਗੱਲ ਕਰਨੀ ਆ। ਤੇ ਜਦੋਂ ਰਾਮਚੰਦਰ ਦੇ ਕੋਲ, ਉਹ ਵੀ ਛਤਰੀ ਸੀ ਰਾਮਚੰਦਰ, ਜਦੋਂ ਉਹਦੇ ਕੋਲ ਗਿਆ ਨਾ, ਖਤਮ ਕਰਦਾ ਗਿਆ, ਮਾਰਦਾ ਗਿਆ ਛਤਰੀਆਂ ਨੂੰ। ਰਾਮਚੰਦਰ ਕੋਲ ਪਹੁੰਚਿਆ ਜਦੋਂ ਆਪਣਾ ਕਹਾੜਾ ਲੈ ਕੇ, ਪਰਸ਼ੂ ਰਾਮ ਤੇ ਗੁਰਮੁਖ ਪਿਆਰਿਓ, ਜਦੋਂ ਵਾਰ ਕੀਤਾ ਰਾਮਚੰਦਰ ਤੇ, ਤ੍ਰੇਤੇ ਦਾ ਅਵਤਾਰ, ਉਹ ਸਾਰੀ ਸ਼ਕਤੀ ਉਹਦੀ ਖਿੱਚ ਲਈ ਉਹਨੇ ਰਾਮਚੰਦਰ ਨੇ। ਪਰਸਰਾਮ ਰੋਵੇ ਘਰ ਆਇਆ।
ਜਦੋਂ ਉਹਦੇ ਬਾਹਰ ਕੀਤਾ, ਉਹਦੀਆਂ 2 ਕਲਾਂ ਸੀ ਉਹਦੇ ਕੋਲ, 2 ਕਲਾਂ। ਉਹ 2 ਕਲਾਂ ਦੀ ਸ਼ਕਤੀ ਜਿਹੜੀ ਸੀ ਉਹਨੇ ਖਿੱਚ ਲਈ ਰਾਮਚੰਦਰ ਭਗਵਾਨ ਨੇ। ਰਾਮਚੰਦਰ ਕੋਲ 12 ਕਲਾਂ ਸੀਗੀਆਂ, 2 ਕਲਾਂ ਉਹਨੇ ਪਰਸ਼ੂਰਾਮ ਤੋਂ ਖੋਹੀਆਂ, ਤਾਂ ਉਹ 14 ਕਲਾਂ ਸੰਪੂਰਨ ਕਿਹਾ ਜਾਂਦਾ, ਮਰਿਆਦਾ ਪੁਰਸ਼ੋਤਮ। ਉਹਦੀਆਂ ਕਲਾਂ, ਉਹਦੀਆਂ ਸ਼ਕਤੀ ਜਿਹੜੀ ਸੀ ਖੋਹ ਲਈ ਉਹਨੇ ਰਾਮਚੰਦਰ ਨੇ। ਜਦੋਂ ਆਪਣੀ ਸ਼ਕਤੀ ਗਵਾਈ ਉਹਨੇ, ਵੀ ਇੰਨੇ ਛਤਰੀ ਮਾਰ ਦਿੱਤੇ ਮੈਨੇ, ਆ ਹੁਣ ਇੱਕ ਬੰਦੇ ਤੋਂ ਮੈਂ ਹਾਰ ਗਿਆ ਆਪਣੀ ਸ਼ਕਤੀ ਖੋ ਕੇ। ਤੇ ਅਜੇ ਸਰੋਵੈ ਭਿਖਿਆ ਪਾਏ, ਅਜੇ ਰਾਜਾ ਹੋਇਆ, ਅਜੇ ਰਾਜਾ ਰਾਮਚੰਦਰ ਦਾ ਦਾਦਾ। ਤੇ ਗੁਰਮੁਖ ਪਿਆਰਿਓ, ਉਹ ਬੜਾ ਧਰਮੀ ਸੀ, ਦਾਨੀ ਪੁੰਨੀ ਰਾਜਾ ਸੀਗਾ। ਇੱਕ ਉਹਦਾ ਸੁਭਾਅ ਸੀ ਰੋਜ਼ ਦਾ ਨਿਤਨੇਮ ਕਹਿ ਲਈਏ, ਦਾਨ ਪੁੰਨ ਕਰਨਾ। ਰਾਜ ਵਿੱਚ ਜੋ ਵੀ ਆ ਜਾਂਦਾ ਸਮਾਂ ਸੀ ਉਹਦਾ ਦਾਨ ਪੁੰਨ ਕਰਨ ਦਾ ਜੀ। ਇੱਕ ਮਹਾਤਮਾ ਆਉਂਦਾ ਸੀ, ਉਹ ਲੇਟ ਹੋ ਗਿਆ, ਦਾਨ ਪੁੰਨ ਕਰਕੇ ਰਾਜਾ ਅਜੇ ਜਿਹੜਾ ਸੀਗਾ ਘੋੜਿਆਂ ਦੇ ਤਵੇਲੇ ਚਲਾ ਗਿਆ। ਮਹਾਤਮਾ ਪਿੱਛੇ ਚਲਾ ਗਿਆ। ਜਾ ਕੇ ਮਹਾਤਮਾ ਨੇ ਕਿਹਾ, ਭਾਈ ਭਿਖਿਆ ਪਾਓ, ਦਾਨ ਪੁੰਨ ਕਰ। ਉਹ ਰਾਜਾ ਅਜੇ ਰਾਜਾ ਕਹਿੰਦਾ, ਹੁਣ ਤਾਂ ਦਾਨ ਪੁੰਨ ਦਾ ਸਮਾਂ ਖਤਮ ਹੋ ਗਿਆ, ਤੂੰ ਜਾ। ਮਹਾਤਮਾ ਕਹਿੰਦੇ, ਦਾਨ ਪੁੰਨ ਦਾ ਵੀ ਕੋਈ ਸਮਾਂ ਹੁੰਦਾ ਹੈ? ਤੂੰ ਜਿਹੜਾ ਵੀ ਤੇਰੇ ਕੋਲ ਕੁਛ ਹੈ ਤੂੰ ਮੈਨੂੰ ਪਾ ਦੇ, ਮੈਂ ਜਾਵਾਂ। ਬੋਲਣ ਦੀ ਤਾਂ ਲੋੜ ਹੀ ਨਹੀਂ ਹੈ। ਉਹ ਕਹਿੰਦੇ, ਅਜੇ ਸਮਾਂ ਨਹੀਂ, ਤੂੰ ਜਾ। ਉਹ ਕਹਿੰਦੇ, ਤੂੰ ਦਾਨੀ ਆ, ਤੇਰਾ ਨਿਤ ਦਾ ਕਰਮ ਹੈ। ਤੇ ਗੁਰਮੁਖ ਪਿਆਰਿਓ, ਉਹਨੇ ਮਖੌਲ ਦੇ ਵਿੱਚ ਨਾ, ਜਦ ਆਕੜ ਕੇ ਲਾ ਲਓ, ਜਿੱਦਾਂ ਵੀ ਮਰਜ਼ੀ ਲਾਓ, ਉਹਨੇ ਘੋੜਿਆਂ ਦੀ ਲਿੱਦ ਚੱਕ ਕੇ ਪਾ ਦਿੱਤੀ ਮਹਾਤਮਾ ਨੂੰ। ਉਹ ਕਰਨੀ ਵਾਲੇ ਸੀਗੇ। ਹੁਣ ਉਹਨਾਂ ਨੇ ਜਦੋਂ ਕੋਈ ਦਾਨ ਪੁੰਨ ਕਰਦਾ, ਬੇਨਤੀ ਕਰਨੀ ਹੁੰਦੀ ਹੈ ਮਾਲਕ ਨੂੰ, ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਿਓ, ਆ ਗੁਰਮੁਖ ਦਾ ਦਿੱਤਾ ਹੋਇਆ ਦਾਨ ਪੁੰਨ ਤੁਸੀਂ ਦਿਨ ਦੁਗਣੀ ਰਾਤ ਚੌਗੁਣੀ ਤਰੱਕੀ ਬਖਸ਼ਿਓ। ਕਿਰਤ ਕਮਾਈ ਸਫਲੀ ਕਰਨੀ ਜਾਂ ਬੇਨਤੀ ਕਰਨੀ ਹੁੰਦੀ ਆ। ਤੇ ਉਹਨੇ ਬੇਨਤੀ ਕਰ ਦਿੱਤੀ ਮਹਾਤਮਾ ਨੇ ਰੱਬ ਨੂੰ। ਜੋ ਵੀ ਕਰਦੇ ਆ ਨਾ ਜੀ, ਆਪਾਂ ਦਸਵੰਧ ਕੱਢਦੇ ਆ, ਦਾਨ ਪੁੰਨ ਹੈ, ਦੇ ਦੁਨੀਆ ਅੱਗੇ 70, ਇੱਥੇ 10 ਗੁਣਾ, ਅੱਗੇ 70 ਗੁਣਾ ਉਹਦਾ ਫਲ ਮਿਲਣਾ। ਚੰਗਾ ਜਾਂ ਮਾੜਾ ਮਿਲੂ ਜ਼ਰੂਰ। ਜੈਸਾ ਬੀਜੈ ਸੋ ਲੂਣੈ, ਕਰਮਾ ਸੰਦੜਾ ਖੇਤ। ਜਿਹੜਾ ਆ ਸਰੀਰ ਰੂਪੀ ਖੇਤ ਵਿੱਚ ਬੀਜ ਪਾਵਾਂਗੇ ਨਾ ਭਾਈ, ਉਹ ਉੱਗੂਗੀ ਉੱਗੂਗਾ, ਅੱਜ ਨਹੀਂ ਤਾਂ ਕੱਲ। ਕਦੋਂ ਉੱਗਦਾ ਹੈ ਉਹ ਹੁਣ ਸਮੇਂ ਤੇ ਡਿਪੈਂਡ ਹੈ। ਕਈ ਬੀਜ ਅਸੀਂ ਇੰਨੇ ਡੂੰਘੇ ਬੀਜ ਲੈਂਦੇ ਆ ਕਿ ਉਹਨਾਂ ਨੂੰ ਉੱਗਣ ਤੇ ਟਾਈਮ ਲੱਗਦਾ। ਸੌਖਾ ਜਿਹਾ ਸਮਝ ਆ ਜੇ, ਆ ਕਣਕ ਬੀਜੀ ਹੋਈ ਆ, ਆਪਾਂ ਬੀਜੀ ਆ ਨਾ ਸਭ ਨੇ। ਕਈ ਜਿਹੜੇ ਦਾਣੇ ਨੇ ਬਾਅਦ ਵਿੱਚ ਫੁੱਟੇ ਨੇ, ਬੀਜੇ ਤਾਂ ਇੱਕੋ ਸਮੇਂ ਨੇ ਆਪਾਂ ਨਾ। ਬੀਜਣ ਵਾਲਾ ਬੰਦਾ ਇੱਕ, ਟਰੈਕਟਰ ਇੱਕ, ਡਰੈਲ ਇੱਕ, ਬੀਜ ਇੱਕ, ਇੱਕੋ ਸਮੇਂ ਬੀਜੇ ਨੇ, ਪਰ ਕਈ ਬਾਅਦ ਵਿੱਚ ਉੱਗੇ ਨੇ। ਕਿਉਂ? ਕਈ ਵਾਰ ਡਰੈਲ ਜਿਹੜੀ ਹੈ ਜੀ ਡੂੰਘੀ ਚੱਲ ਜੇ ਨਾ ਜਦੋਂ, ਉਹ ਫਿਰ ਜਿਹਦੇ ਡੂੰਘੇ ਬੀਜੇ ਕੋਈ ਬਾਅਦ ਵਿੱਚ ਆਉਂਦੇ ਆ। ਇਸੇ ਤਰ੍ਹਾਂ ਸਰੀਰ ਰੂਪੀ ਖੇਤ 'ਚ ਬੀਜੇ ਹੋਏ ਬੀਜ ਜਿਹੜੇ ਨੇ, ਜਦੋਂ ਇਹਨਾਂ ਦਾ ਸਮਾਂ ਆ ਗਿਆ ਉਹ ਉਦੋਂ ਉੱਗੂਗਾ। ਬੀਜੇ ਹੋਏ ਨੇ ਵਿੱਚੇ। ਆ ਹੁਣ ਗੁੱਲੀ ਡੰਡਾ ਹੋਇਆ ਕਣਕ ਦੇ ਵਿੱਚ, ਗੁੱਲੀ ਡੰਡੇ ਦਾ ਬੀਜ ਤਾਂ ਕੋਈ ਪਾਉਂਦਾ ਨਹੀਂ। ਪਾਉਂਦੇ ਆ ਜੀ ਆਪਾਂ ਕਣਕ ਦੇ ਵਿੱਚ? ਨਹੀਂ ਪਾਉਂਦੇ ਨਾ। ਇਹ ਆਪਣੇ ਆਪ ਉਗਦਾ ਜ਼ਮੀਨ ਚੋਂ। ਉਗਦਾ ਕਣਕ ਦੇ ਵਿੱਚ ਆ, ਜੀਰੀ 'ਚ ਕਿਉਂ ਨਹੀਂ ਉਗਦਾ? ਇਹਦਾ ਸਮਾਂ ਹੀ ਨਹੀਂ। ਜਦੋਂ ਦਾ ਸਮਾਂ ਆ ਗਿਆ ਨੇ ਉਦੋਂ ਉਗਣਾ। ਜੀਰੀ 'ਚ ਥੋੜੀ ਉਗੂਗਾ, ਝੋਨੇ 'ਚ ਕੋਈ ਉਗਣਾ ਨਹੀਂ ਨਾ। ਇਹ ਟੌਰ ਨਾਲ ਆਰਾਮ ਨਾਲ ਪਿਆ ਰਹਿੰਦਾ। ਜਦੋਂ ਇਹਦਾ ਸਮਾਂ ਆ ਜਾਂਦਾ ਕਣਕ ਵਾਲਾ, ਉਦੋਂ ਉਗਦਾ। ਇਸੇ ਤਰ੍ਹਾਂ ਕਰਮ ਨੇ ਜਿਹੜੇ ਵੀ ਬੀਜੇ ਹੋਏ ਆ, ਜਦੋਂ ਉਹਨਾਂ ਦਾ ਸਮਾਂ ਆ ਗਿਆ ਉਹਨਾਂ ਨੇ ਉਗਣਾ। ਅਸੀਂ ਸੋਚਦੇ ਕਿ ਮੈਂ ਨਹੀਂ ਕੀਤਾ। ਇਹ ਜਿਹੜਾ ਕਰਾਂਗੇ ਨਾ, ਆਇ ਕਰ ਕਰੇ ਸੋ ਹੈ ਕਰ ਪਾਏ। ਇੱਧਰਲੇ ਕਰ ਲਓ, ਇੱਧਰਲੇ ਭਰ ਲਓ, ਮਿਲੂ ਜ਼ਰੂਰ, ਅੱਜ ਨਹੀਂ ਤਾਂ ਕੱਲ। ਬੰਦਾ ਇਹ ਨਾ ਸੋਚੇ ਕਿ ਮੈਂ ਮਾੜਾ ਕਰ ਲਿਆ, ਕਿਸੇ ਨੂੰ ਪਤਾ ਨਹੀਂ ਲੱਗਿਆ, ਬੀਜ ਦਿੱਤਾ ਮਾੜਾ। ਉਹ ਤਾਂ ਬੀਜਿਆ ਗਿਆ, ਉੱਗੂ ਸਮਾਂ ਪਾ ਕੇ। ਹੁਣ ਪਤਾ ਨਹੀਂ
ਕਿਹੜੇ ਜਨਮ ਦਾ ਕਿੱਥੇ ਕਿਵੇਂ ਬੀਜਿਆ ਹੋਇਆ। ਹੁਣ ਕਈ ਸੋਚਦੇ ਆ ਵੀ ਆਹ ਜਨਮ 'ਚ ਮੈਂ ਜਾਂ ਇਹਨੇ ਕਦੇ ਕੋਈ ਮਾੜਾ ਨਹੀਂ ਕੀਤਾ, ਮੇਰੇ ਨਾਲੇ ਧੱਕਾ ਕਿਉਂ ਹੋਇਆ, ਮੇਰੇ ਨਾਲ ਆਹ ਚੀਜ਼ ਕਿਉਂ ਹੋਈ ਆ, ਸਾਡੇ ਨਾਲੇ ਰੱਬ ਨੇ ਵੈਰ ਕਿਉਂ ਕੱਢਿਆ। ਉਹ ਕਿਸੇ ਦਾ ਵੈਰੀ ਨਹੀਂ ਜੀ, ਉਹ ਕਿਸੇ ਨਾਲ ਮਾੜਾ ਨਹੀਂ ਕਰਦਾ। ਉਹ ਤਾਂ ਜਿੱਦਾਂ ਦੇ ਬੰਦੇ ਨੇ ਕਮਾਏ ਨੇ ਉਦਾਂ ਦੇ ਰਿਹਾ, ਲੈ ਭਾਈ ਲੈ ਜਾ ਤੇਰੇ। ਅਜੇ ਸਰੋਵੇ ਭਿੱਖਿਆ ਪਾਏ, ਐਸੀ ਦਰਗਹਿ ਮਿਲੇ ਸਜਾਏ। ਭਿੱਖਿਆ ਪਾਈ ਉਹਨੇ, ਬੀਜ ਦਿੱਤਾ, ਫਿਰ ਉੱਗੂ ਬੀਜਿਆ ਗਿਆ। ਉਹ ਫਿਰ ਜੇ ਸਮੇਂ ਬਾਅਦ ਮਿਲਦਾ ਨਾ ਜੀ, ਉਹ ਵੱਧਦਾ ਜਾਂਦਾ। ਫਿਰ ਛੇਤੀ ਮਿਲ ਜੇ ਕੀਤੇ ਹੋਏ ਦਾ ਫਲ ਘੱਟ ਮਿਲੂ, ਜੇ ਸਮਾਂ ਲੰਘ ਗਿਆ ਜ਼ਿਆਦੇ। ਕਰਮ ਅਸੀਂ ਖੁਦ ਬੀਜੇ ਹੋਏ ਨੇ, ਰੱਬ ਨੂੰ ਤਾਂ ਲੋਕਾਂ ਨੂੰ ਤਾਂ ਅਸੀਂ ਐਵੇਂ ਹੀ ਦੋਸ਼ ਦਿੰਦੇ ਆ, ਆਪਣੇ ਖੁਦ ਦੇ ਆ। ਹੁਣ ਪਤਾ ਨਹੀਂ ਵੀ ਕਿਹੜੇ ਜਨਮ ਦਾ ਕਿੱਥੇ ਕਿਵੇਂ ਬੀਜੇ ਆ, ਭੁੱਲ ਜਾਂਦੇ ਆਪਾਂ। ਸਾਨੂੰ ਸਾਡੇ ਚੰਗੇ ਚੰਗੇ ਯਾਦ ਰਹਿੰਦੇ ਆ। ਤੇ ਨਾਲੇ ਇਹ ਗੱਲ ਛੱਡੋ, ਆਹ ਜਨਮ ਦੀ ਗੱਲ ਛੱਡੋ, ਪਤਾ ਨਹੀਂ ਕਿਹੜੇ ਜਨਮ ਦਾ ਬੀਜਿਆ ਹੋਏਗਾ। ਅਸੀਂ ਸਿਰਫ ਸਰੀਰ ਬਦਲਿਆ, ਅਸੀਂ ਆ ਸਰੀਰ ਰੂਪੀ ਜਾਮਾ ਬਦਲਿਆ। ਮਨ ਸਾਡਾ ਉਹੀ ਆ, ਆਤਮਾ ਸਾਡੀ ਉਹੀ ਆ। ਮਹਾਰਾਜ ਨੇ ਐਵੇਂ ਥੋੜੀ ਕਿਹਾ ਜੀ, ਜਨਮ ਜਨਮ ਕੋ ਇਸ ਮਨ ਕੋ ਮਲ ਲਾਗੀ, ਕਾਲਾ ਹੋਆ ਸਿਆ। ਜਨਮਾਂ ਜਨਮਾਤਰਮਾਂ ਦੀ ਮੈਲ ਲੱਗੀ ਹੋਈ ਆ ਮਨ ਨੂੰ। ਫਿਰ ਇਹ ਸਮਝੀਏ ਕਿ ਬਹੁਤੇ ਫੇਰ ਭਏ ਕਿਰਪਨ ਕੋ ਆਪ ਕਿਛ ਕਿਰਪਾ, ਕਿ ਕਈ ਜਨਮ ਹੋ ਗਏ ਮੈਨੂੰ ਭਟਕਦੇ ਨੂੰ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕਰੰਗਾ। ਹੋਰ ਸੁਣ ਲਓ ਮਹਾਰਾਜ ਤੋਂ, ਸੂਕਰ ਕੂਕਰ ਜੋਨ ਭਰਮੇ ਤਊ ਲਾਜ ਨਾ ਆਈ, ਰਾਮ ਨਾਮ ਛਾੜ ਅੰਮ੍ਰਿਤ ਕਾਹੇ ਵਿਖ ਖਾਈ। ਕਦੇ ਸੂਰ ਬਣੇ, ਕੁੱਤੇ ਬਣੇ, ਬਿੱਲੇ ਬਣੇ, ਗਧੇ ਬਣੇ, ਜੋ ਕੁਛ ਵੀ ਟੇਢੀਆਂ ਮੇਢੀਆਂ ਜੂਨੀਆਂ ਵੇਹਨੇ ਆ ਨਾ, ਆਪਾਂ ਸਭ ਚੋਂ ਲੰਘ ਕੇ ਆਏ ਆ। ਕਿੱਥੇ ਕੀ ਬੀਜਿਆ ਹੁਣ ਖੁਦਾ ਜਾਣਦਾ ਸੀ ਤਾਂ ਭੁੱਲ ਗਏ। ਮਹਾਰਾਜ ਕਹਿੰਦੇ ਆ ਜੀ, ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨ ਦਾਤੇ ਦੀਏ। ਦੁੱਖ ਨੇ ਸੁੱਖ ਨੇ ਪਿੱਛੇ ਕੀਤੇ ਹੋਇਆ, ਪਿਛਲੇ ਜਨਮਾਂ ਦੇ, ਉਹ ਰੱਬ ਜਾਣਦਾ, ਅਸੀਂ ਭੁੱਲ ਗਏ। ਫਿਰ ਕਿਸ ਕੋ ਦੋਸ ਦੇਹੋ ਤੂੰ ਪ੍ਰਾਣੀ, ਸੋ ਆਪਣਾ ਕੀਆ ਕਰਾਰਾ ਹੈ, ਐਸੀ ਦਰਗਹਿ ਮਿਲੇ ਸਜਾਏ। ਮਿਲਦੀ ਹੈ ਸਜ਼ਾ ਫਿਰ ਕੀਤੇ ਹੋਏ ਕਰਮਾਂ ਦੀ। ਤੇ ਗੁਰਮੁਖ ਪਿਆਰਿਓ, ਉਹਨੇ ਪਾ ਦਿੱਤਾ ਲਿਦ ਦਾ ਬੁੱਕ ਭਰ ਕੇ। ਸਾਧੂ ਚਲੇ ਗਏ ਆਪਣੀ ਕੁਟੀਆ 'ਚ। ਉੱਥੇ ਫਿਰ ਅਰਦਾਸ ਤਾਂ ਹੋਏ ਗਈ ਸੀਗੀ, ਉਹ ਲਿਦ ਉਦੀ ਲਿਜਾ ਕੇ ਉਹਨੇ ਆਪਣੀ ਕੁਟੀਆ ਦੇ ਸਾਈਡ ਤੇ ਰੱਖ ਦਿੱਤੀ। ਉਹ ਦਿਨ ਰਾਤ ਫਿਰ ਵੱਧ ਰਹੀ ਆ, ਦਿਨ ਰਾਤ ਵੱਧਦੀ ਜਾਂਦੀ ਆ। ਰਾਜੇ ਰਾਜਾ ਜਦੋਂ ਕਿਤੇ ਗਿਆ ਸ਼ਿਕਾਰ ਖੇਡਣ, ਸੰਖੇਪ ਜੀ ਵਿਚਾਰ ਕਰੀਏ, ਵੇਖਿਆ ਜਾ ਕੇ ਵੀ ਆ ਸਾਧੂ ਕੋਲ ਕੋਈ ਘੋੜਾ ਨਹੀਂ, ਕੋਈ ਇਹਦੇ ਕੋਲ ਆਉਂਦਾ ਜਾਂਦਾ ਨਹੀਂ, ਕੋਈ ਪੈੜਾਂ ਨਹੀਂ ਕਿਧਰੋਂ ਆਉਂਦੀਆਂ ਘੋੜਿਆਂ ਦੀਆਂ ਫੌਜਾਂ ਦੀਆਂ, ਇਹਦੇ ਕੋਲ ਇੰਨਾ ਲੱਦ ਦਾ ਢੇਰ ਕਿਵੇਂ। ਤੇ ਗੁਰਮੁਖ ਪਿਆਰੋ ਜਦੋਂ ਪੁੱਛਣਾ ਕੀਤਾ, ਮਹਾਤਮਾ ਕਹਿੰਦੇ, ਰਾਜਿਆ ਇੱਕ ਅਜੇ ਰਾਜਾ ਹੈ, ਪਤਾ ਤਾਂ ਹੈ ਸੀ ਕਿ ਇਹ ਉਹਦਾ ਦਿੱਤਾ ਹੋਇਆ ਦਾਨ ਹੈ। ਕਹਿੰਦੇ ਫਿਰ ਅੱਛਾ ਜੀ, ਕਹਿੰਦੇ ਹੋਰ ਇੱਕ ਬੁੱਕ ਪਾਇਆ ਸੀ, ਵੱਧ ਰਿਹਾ, ਸੱਟ ਵੱਜੀ ਅੰਦਰ ਮਨ ਤੇ, ਵੀ ਹੁਣ ਕੀ ਕਰਾਂ। ਮਹਾਤਮਾ ਨੂੰ ਆਖਣ ਲੱਗਿਆ, ਮਹਾਤਮਾ ਮੈਂ ਹੀ ਆ ਉਹ ਰਾਜਾ। ਉਹ ਕਹਿੰਦੇ ਭਾਈ ਸੱਜਣਾ, ਹੁਣ ਤੈਨੂੰ ਛਕਣਾ ਪਊ, ਇਹ ਤੈਨੂੰ ਭੁਗਤਣਾ ਪਊ, ਅੱਗੇ ਜਾ ਕੇ ਮਿਲੂ। ਇਹ ਨਾ ਸਮਝੀ ਕਿ ਸਰ ਗਿਆ, ਮਿਲੂ ਜ਼ਰੂਰ, ਲਾਜ ਕੋਈ ਇਹਦਾ। ਮਹਾਤਮਾ ਨੇ ਫਿਰ ਉਹਨੂੰ ਸਕੀਮ ਦੱਸੀ ਕਿ ਆਪਣੀ ਨਿੰਦਿਆ ਕਰਾ। ਹੈ ਸੀ ਧਰਮੀ ਰਾਜਾ, ਆਪਣੀ ਨਿੰਦਿਆ ਕਰਾ। ਕਹਿੰਦੇ ਆਪਣੇ ਆਪ ਨੂੰ ਮਾੜਾ ਖਵਾਏਗਾ, ਘਟਦਾ ਜਾਊ। ਚਲੋ ਰਾਜਾ ਚਲਾ ਗਿਆ, ਆਪਣੇ ਆਪ ਨੂੰ ਮਾੜਾ ਖਵਾਉਣ ਲੱਗਿਆ, ਗਲਤ ਕੰਮ ਕਰਨ ਲੱਗਿਆ, ਜਾ ਕੇ ਨਿੰਦਿਆ ਕਰਾਉਣ ਲੱਗਿਆ। ਉਹ ਘਟਦਾ ਗਿਆ ਜੀ, ਲਿਦ ਦਾ ਢੇਰ ਜਿਹੜਾ ਸੀਗਾ। ਕਾਫੀ ਸਮਾਂ ਲੰਘ ਗਿਆ, ਜਦੋਂ ਮਹਾਤਮਾ ਕੋਲ ਦੁਬਾਰੇ ਗਿਆ, ਘਟਦੇ ਘਟਦੇ ਜੀ ਇੱਕ ਬੁੱਕ ਰਹਿ ਗਿਆ। ਮਹਾਤਮਾ ਨੂੰ ਆਖਣ ਲੱਗਿਆ, ਮਹਾਤਮਾ ਹੁਣ ਤਾਂ ਬੜਾ ਮੈਂ ਮਾੜਾ ਖਵਾ ਲਿਆ ਆਪਣੇ ਆਪ ਨੂੰ, ਹੁਣ ਤਾਂ ਸਰ ਜੂ। ਕਹਿੰਦੇ ਨਾ, ਆ ਇੱਕ ਬੁੱਕ ਕਿਉਂ ਪਿਆ? ਕਹਿੰਦੇ ਇਹ ਤੇਰਾ ਮੁੱਲ ਹੈ, ਮੂਲ ਹੈ, ਇਹ ਜਿਹੜਾ ਤੂੰ ਪਾਇਆ ਉਹ ਹੈ, ਫਿਰ ਇਹਦਾ ਇਲਾਜ ਕਹਿੰਦੇ ਤੈਨੂੰ ਛਕਣਾ ਪਊਗਾ।
ਇਹ ਛਕਣਾ ਪਊ। ਕਹਿੰਦੇ ਸਮਝ ਨਹੀਂ ਹੈ ਜੀ। ਕਹਿੰਦੇ ਤੈਨੂੰ ਖਾਣਾ ਪੈਣਾ। ਹੁਣ ਕਿਹੜਾ ਖਾ ਵੇਲੇ ਤੇ ਗੁਰਮੁਖੋ ਰਾਜਾ ਲਾਜ। ਕਹਿੰਦੇ ਜੀ ਛਕਣਾ ਜ਼ਰੂਰ ਪੈਣਾ। ਫਿਰ ਏਦਾਂ ਕਰ ਕਹਿੰਦੇ ਵੀ ਘਰ ਲੈ ਜਾ, ਇਹਨੂੰ ਫੂਕ ਲੈ, ਰਾਖ ਬਣਾ ਕੇ ਰੋਜ਼ ਗੁਰਮੁਖੋ ਉੱਠ ਕੇ ਤੜਕੀ ਫੱਕੀ ਛਕਦਾ ਫਿਰ। ਨਾਲੇ ਉਹ ਪਾਇਆ ਹੋਇਆ ਦਾਨ ਜਦੋਂ ਛਕਦਾ ਨਾ ਰਾਖ ਰੋਂਦਾ ਹੈ। ਐਸੀ ਦਰਗਹਿ ਮਿਲੈ ਸਜਾਏ। ਅੱਗੇ ਸੁਣ ਲਓ, ਭਾਵ ਨਾਨਕ ਦੁਖੀਆ ਸਭ ਸੰਸਾਰ। ਨਾਨਕ ਦੁਖੀਆ ਸਭ ਸੰਸਾਰ। ਤੇ ਗੁਰਮੁਖ ਪਿਆਰਿਓ, ਰੋਵੈ ਰਾਮ ਨਿਕਾਲਾ ਭਇਆ। ਰਾਮਚੰਦਰ ਤ੍ਰੇਤੇ ਦੇ ਅਵਤਾਰ ਭਗਵਾਨ, ਉਹ ਵੀ ਰੋਂਦੇ ਨੇ। ਹਰ ਇੱਕ ਦੁਖੀ ਆ। ਕੌਣ ਸੁਖੀ ਆ ਸੰਸਾਰ 'ਚ? ਇੱਕ ਸਮਝਣ ਦਾ ਨੁਕਤਾ ਗੁਰਬਾਣੀ 'ਚ। ਰੋਵੈ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ। ਜਦੋਂ ਦੇਸ ਨਿਕਾਲਾ, ਭਾਵ ਰਾਜ ਵਿੱਚੋਂ ਕੱਢਿਆ, 14 ਸਾਲਾਂ ਦਾ ਬਨਵਾਸ ਮਿਲਿਆ, ਆਪਣੇ ਘਰ ਵਾਲੀ ਨੂੰ ਵੀ ਵਿਛੜ ਗਿਆ। ਉਹ ਵੀ ਰੋਇਆ। ਕਦੋਂ? ਜਦੋਂ ਲੰਕਾ ਦਾ ਰਾਜਾ ਰਾਵਣ ਉਹਦੇ ਘਰ ਵਾਲੀ ਭਾਵ ਮਾਤਾ ਸੀਤਾ ਨੂੰ ਚੁੱਕ ਕੇ ਲੈ ਗਿਆ। ਉਹਨੂੰ ਪਤਾ ਹੀ ਨਹੀਂ ਲੱਗਿਆ ਤ੍ਰੇਤੇ ਦਾ ਅਵਤਾਰ ਹੋਵੇ, 14 ਕਲਾ ਸੰਪੂਰਨ ਹੋਵੇ, ਪਤਾ ਨਾ ਲੱਗੇ ਕਿ ਮੇਰੇ ਘਰ ਵਾਲੀ ਕਿੱਥੇ ਆ। ਸੀਤਾ ਲਖਮਣ ਵਿਛੜ ਗਿਆ। ਉਹ ਵੀ ਰੋਇਆ। ਸੀਤਾ ਵਿਛੜੀ, ਉਹਨੂੰ ਪ੍ਰਾਪਤ ਕਰਨ ਵਾਸਤੇ ਗਏ ਸਨ। ਤੇ ਗੁਰਮੁਖ ਪਿਆਰਿਓ, ਫਿਰ ਜਦੋਂ ਲਛਮਣ ਵੀ ਮੁਰਸ਼ਦ ਹੋ ਗਿਆ ਸੀ, ਉਹਨੇ ਵੀ ਬੀਜਿਆ ਸੀ ਤਾਂ ਮਰਿਆ ਸੀ। ਉਹ ਵੀ ਜੰਗ ਦੇ ਵਿੱਚ ਮੁਰਸ਼ਦ ਹੋ ਗਿਆ ਸੀ। ਫਿਰ ਉਹ ਕਹਿੰਦੇ ਜਿਹੜੇ ਆਪਾਂ ਕਹਿੰਦੇ ਵੀ ਸੰਜੀਵਨੀ ਬੂਟੀ, ਸੰਜੀਵਨੀ ਬੂਟੀ ਕੋਈ ਨਹੀਂ ਸੀ, ਉਹਦੇ ਮੂੰਹ 'ਚ ਮੱਚ ਪਈ। ਉਹ ਸੰਜੀਵਨੀ ਬੂਟੀ ਉਹ ਸੀ ਜਿਹੜੀ ਭੀਲਣੀ ਦੇ ਵੇਰ ਰਾਮ ਨੇ ਤਾਂ ਖਾ ਲਏ ਸੀ, ਝੂਠੇ ਵੇਰ ਉਹਨੇ ਨਹੀਂ ਸੀ ਖਾਦੇ, ਨਫ਼ਰਤ ਕੀਤੀ, ਉਹਦਾ ਪ੍ਰੇਮ ਨਹੀਂ ਵੇਖਿਆ। ਤੇ ਆਖਰ ਦੇ ਵਿੱਚ ਉਹੀ ਉਹ ਜਿੱਥੇ ਉਹਨੇ ਡੇਗਤੇ ਸੀ ਨਾ, ਉਹ ਵੇਰ ਜਿਹੜੇ ਸੀਗੇ ਰਾਮਚੰਦਰ ਨੇ ਦਿੱਤੇ ਵੀ ਤੂੰ ਵੀ ਖਾ ਲਾ ਭੀਲਣੀ ਦੇ। ਤੇ ਗੁਰਮੁਖ ਉਹਨਾਂ ਦੇ ਫਿਰ ਉਹ ਉੱਗੇ ਝਾੜ, ਵੇਰ ਕੇ ਲਈ ਝਾੜੀਆਂ ਦੇ ਵੇਰ, ਫਿਰ ਉਹੀ ਉਹਦੇ ਮੂੰਹ 'ਚ ਪਾਉਣੇ ਪਏ। ਲਛਮਣ ਮੂੰਹ ਸਰਾਪ ਨਾਲ ਮਰਿਆ ਸੀ ਉਹ। ਫਿਰ ਉਹ ਲਿਆ ਕੇ ਉਹਦੇ ਮੂੰਹ 'ਚ ਪਾਉਣੇ ਪਏ। ਭਾਵ ਜਿੱਦਾਂ ਦਾ ਬੰਦਾ ਪਾਉਂਦਾ, ਬੀਜਦਾ ਨਾ ਜੀ, ਪਾਉਂਦਾ ਸਰੀਰ 'ਚ, ਖੇਤ 'ਚ ਉੱਗਣਗੇ, ਪੈਦਾ ਹੋਊਗਾ। ਫਿਰ ਉਹ ਜਦੋਂ ਮਰਿਆ ਸੀ, ਉਹਦੇ ਮੂੰਹ 'ਚੋਂ ਸੰਜੀਵਨੀ ਬੂਟੀ ਲਿਆ ਕੇ ਉਹੀ ਵੇਰਾਂ ਵਾਲੀ, ਝੂਠੇ ਵੇਰਾਂ ਵਾਲੀ ਪਾਉਣੀ, ਛਕਣੀ ਪਈ ਉਹੀ ਚੀਜ਼ ਦੁਬਾਰੇ ਉਹਨੂੰ, ਲਛਮਣ ਨੂੰ। ਫੇਰ ਜਿਆਦਾ ਜਿਉਂਦਾ ਹੋਇਆ ਸੀ ਦੁਬਾਰਾ ਜਾ ਕੇ। ਸੋ ਰਹੋ ਵਿਚਾਰ, ਰਾਮਚੰਦਰ ਵੀ ਰੋਇਆ ਜਦੋਂ ਉਹਦੇ ਘਰ ਵਾਲੀ ਵਿਛੜ ਗਈ। ਆਪਦਾ ਭਰਾ ਵੀ ਵਿਛੜਿਆ ਸੀ ਲਛਮਣ। ਤੇ ਮਹਾਰਾਜ ਕਹਿੰਦੇ ਆ ਜੀ, ਰੋਵੈ ਦਹਿਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਬਾਏ। ਨਾਨਕ ਦੁਖੀਆ ਸਭ ਸੰਸਾਰ। ਹਰ ਇੱਕ ਬੰਦਾ ਦੁਖੀ ਆ। ਲੰਕਾ ਦਾ ਰਾਜਾ, ਤ੍ਰੇਤੇ ਦੇ ਅਵਤਾਰ ਰਾਮਚੰਦਰ ਭਗਵਾਨ ਦੇ ਨਾਲ ਮੱਥਾ ਲਾਉਣਾ ਸੌਖੀ ਗੱਲ ਆ ਕਿਤੇ? ਭਗਵਾਨ ਦੇ ਘਰ ਵਾਲੀ ਨੂੰ, ਅਵਤਾਰ ਦੇ ਘਰ ਵਾਲੀ ਨੂੰ ਲਿਆਉਣਾ ਚੁੱਕ ਕੇ। ਜਿਨ ਸੀਤਾ ਆਂਦੀ ਡੋਰੂ ਬਾਏ, ਡੋਰੂ ਵਜਾ ਕੇ ਚੁੱਕ ਕੇ ਲਿਆ ਸੀ। ਇੰਨਾ ਚਤਰ ਸੀਗਾ ਉਹ ਵੀ ਰੋਇਆ। ਰੋਵੇ ਦਹਿਸਰ ਲੰਕ ਗਵਾਏ, ਜਦੋਂ ਦੀ ਲੰਕਾ ਖਾਕ ਹੋ ਗਈ ਨਾ, ਰਾਖ ਬਣ ਗਈ, ਅੱਗ ਲਾਤੀ ਤੀ ਸਾਰੀ ਜਾ ਕੇ ਹਨੂਮਾਨ ਨੇ ਉਹਨੂੰ। ਕਰਮ ਨੇ, ਜਿੱਦਾਂ ਦਾ ਬੰਦਾ ਕਰੂ ਭੋਗੂ, ਬਣੂਗਾ ਸਾਰਾ ਕੁਛ। ਤੇ ਗੁਰਮੁਖ ਪਿਆਰਿਓ, ਇੰਨਾ ਚਤਰ ਸੀਤਾ ਮਾਤਾ ਨੂੰ ਚੁੱਕ ਲਿਆ ਸੀ। ਦੁਖੀ ਹੋਇਆ ਜੀ ਬੰਦਾ। ਭਾਵ ਸਮਝਿਆ ਨਹੀਂ ਵੀ ਜਿਹਦੇ ਨਾਲ ਮੈਂ ਪੰਗਾ ਲੈਣ ਲੱਗਾ ਕੌਣ ਆ। ਕਹਿੰਦੇ ਵਿਦਵਾਨ ਲਿਖਦਾ ਹੈ ਕਿ ਰਾਵਣ ਹੂੰ ਨਾ ਜਾਣੀ, ਇਹ ਸੀਆ ਪਰਮ ਜੋਤ ਹੈ। ਪਤਾ ਨਹੀਂ ਲੱਗਿਆ ਵੀ ਪਰਮ ਜੋਤ ਹੈ, ਜਿਹਦੇ ਕਰਕੇ ਮੇਰਾ ਰਾਜ ਭਾਗ ਖਤਮ ਹੋਊ। ਤੇ ਉਧਰ ਫਿਰ ਰਾਮ ਹੂੰ ਨਾ ਜਾਣੀ, ਮੇਰੀ ਸੀਆ ਹਰੀ ਰਾਵਣ ਦਾ। ਉਹਨੂੰ ਪਤਾ ਨਹੀਂ ਲੱਗਿਆ ਕਿ ਮੇਰੇ ਘਰ ਵਾਲੀ ਕੌਣ ਲੈ ਗਿਆ। ਰੋਂਦਾ ਉਹ ਵੀ। ਗੁਰਮੁਖ ਪਿਆਰਿਓ, ਗੌਤਮ ਹੂੰ ਨਾ ਜਾਣੀ, ਇਸ ਕੁੱਕਰ ਮੈਂ ਖੋਤ ਥੋਤ ਹੈ। ਗੌਤਮ ਰਿਸ਼ੀ ਵਧੀਆ ਰਿੱਧੀਆਂ ਸਿੱਧੀਆਂ ਦਾ ਮਾਲਕ ਸੀ। ਇਸ਼ਨਾਨ ਕਰਨ ਜਾਂਦਾ ਸੀ ਰੋਜ਼ ਅੰਮ੍ਰਿਤ ਵੇਲੇ ਉੱਠ ਕੇ। ਉਹ ਜਦੋਂ
ਚੰਦਰਮਾ ਨੇ ਪਹਿਲੀ ਉੱਠ ਕੇ ਨਾ ਮੁਰਗਾ ਬਣ ਕੇ ਵਾਂਗ ਦੇਤੀ। ਉਹਨੂੰ ਪਤਾ ਨਹੀਂ ਲੱਗਿਆ ਵੀ ਆ ਕੁੱਕੜ ਜਿਹੜਾ ਮੁਰਗਾ ਜਿਹੜਾ ਬਣਿਆ ਵੀ ਤਾਂ ਨਕਲੀ ਆ, ਥੋਥ ਹੈ ਇਹਦੇ ਵਿੱਚ, ਸਮਝੇ ਹੀ ਨਹੀਂ। ਤੇ ਗੁਰਮੁਖ ਪਿਆਰੋ ਉਧਰ ਕੁਕਰਮ ਕਰਨ ਵਾਸਤੇ ਇੰਦਰ ਪਹੁੰਚਿਆ। ਸਜ਼ਾ ਮਿਲੀ, ਹਜ਼ਾਰਾਂ ਭਗਾ ਮਿਲ ਗਈਆਂ। ਤੇ ਸਿਵਹੂ ਨਾ ਜਾਨੀ ਕੰਕਰ ਪਰਮੇਸ਼ਰ ਦੀਨੋ, ਆਪਣੀ ਸ਼ਕਤੀ ਦੇਤੀ। ਸ਼ਿਵ ਜੀ ਭਗਵਾਨ ਨੇ ਪਰਮੇਸ਼ਰ ਨੂੰ ਕੜਾ ਜਿਹੜਾ ਸੀਗਾ, ਤੇ ਅੱਗੇ ਫਿਰ ਉਹ ਪਰਮੇਸ਼ਰ ਵੀ ਉਲਝ ਗਿਆ, ਛਲਿਆ ਗਿਆ। ਦੁਖੀਆ ਨਾਨਕ ਦੁਖੀਆ ਸਭ ਸੰਸਾਰ, ਪਰਮੇਸ਼ਰ ਹੂ ਨਾ ਜਾਣੀ ਇਸ ਕੰਕਨ ਮੈਂ ਮੌਤ ਹੈ। ਉਹਨੂੰ ਵੀ ਨਹੀਂ ਪਤਾ ਲੱਗਿਆ ਵੀ ਜਿਹੜਾ ਕੜਾ ਮੈਂ ਖੋਇਆ ਸ਼ਿਵ ਜੀ ਤੋਂ, ਜਿਹਦੇ ਨਾਲ ਉਹ ਲੈ ਕਰਦਾ ਬੰਦੇ ਨੂੰ ਭਸਮ ਕਰਦਾ, ਵੀ ਇਹਦੇ ਵਿੱਚ ਹੀ ਮੇਰੀ ਮੌਤ ਹੈ। ਉੱਥੇ ਭਗਵਾਨ ਨੇ ਫਿਰ ਮੋਹਣੀ ਅਵਤਾਰ ਧਾਰਿਆ ਸੀ ਉਹਨੂੰ ਖਤਮ ਕਰਨ ਦੇ ਲਈ। ਸੋ ਰੋਵੈ ਰਾਵਣ ਰੋਵੈ ਦੈਸਰ ਲੰਕ ਗਵਾਏ, ਜਿਨ ਸੀਤਾ ਆਂਦੀ ਡੋਰੂ ਬਾਏ। ਰੋਵੈ ਪੰਡ ਭਏ ਮਜੂਰ, ਜਿਨ ਕੇ ਸੁਆਮੀ ਰਹਿਤ ਹਦੂਰ। ਨਾਨਕ ਦੁਖੀਆ ਸਭ ਸੰਸਾਰ। ਪਾਂਡਵ ਜਦੋਂ ਵਿਰਾਟ ਰਾਜੇ ਦੇ ਮਜੂਰ ਭਾਵ ਮਜ਼ਦੂਰ ਬਣੇ ਨਾ, ਨੌਕਰ ਬਣੇ ਜਾ ਕੇ, ਜਿਨ ਕੇ ਸੁਆਮੀ ਰਹਿਤ ਹਦੂਰ, ਜਿਨ੍ਹਾਂ ਦੇ ਨਾਲ ਦੁਆਪਰ ਦੇ ਅਵਤਾਰ ਕ੍ਰਿਸ਼ਨ ਭਗਵਾਨ ਰਹਿੰਦੇ ਸੀਗੇ, ਨਾਲ ਜਿਨ੍ਹਾਂ ਦਾ ਪੱਖ ਕਰਦੇ ਸੀ ਕ੍ਰਿਸ਼ਨ, ਦੁਆਪਰ ਦੇ ਅਵਤਾਰ 16 ਕਲਾਂ ਸੰਪੂਰਨ, ਉਹਨਾਂ ਨੂੰ ਵੀ ਰੋਣਾ ਪਿਆ। ਕਿਉਂ ਜੀ? ਜਿੱਦਾਂ ਦਾ ਬੰਦਾ ਕਰੂ ਭਰੂ ਜ਼ਰੂਰ, ਜਿੱਦਾਂ ਦਾ ਕਰੂਗਾ ਨਾ ਭਰੂਗਾ ਜ਼ਰੂਰ। ਦ੍ਰੋਪਦੀ ਨੇ ਕਿਹਾ ਕ੍ਰਿਸ਼ਨ ਨੂੰ, ਜਦੋਂ ਉਹਦੇ ਚੀਰ ਹਰਨ ਲੱਗੇ ਨਾ, ਬਸਤਰ ਤਾਰਨ ਲੱਗੇ, ਦੁਰਯੋਧਨ ਦੀ ਸਭਾ ਦੇ ਵਿੱਚ ਬਸਤਰਹੀਣ ਕਰਨ ਲੱਗੇ, ਇੱਜ਼ਤ ਰਹਿ ਗਈ, ਢਕੀ ਗਈ, ਤੇ ਆਖਿਆ ਐ ਭਗਵਾਨ ਤੂੰ ਮੇਰਾ ਭਰਾ, ਇੰਨੀ ਬੇਇੱਜ਼ਤੀ ਕਰਾਈ ਆ, ਸਾਡੇ ਵੱਲ ਤੂੰ ਆ, ਜਿਹਦੇ ਨਾਲ ਤੁਹਾਡੇ ਵਰਗਾ ਕ੍ਰਿਸ਼ਨ ਹੋਵੇ 16 ਕਲਾਂ ਸੰਪੂਰਨ, ਉਹਨਾਂ ਨਾਲ ਵੀ ਆ ਗਲਤ ਹੋਵੇ। ਨਾਨਕ ਦੁਖੀਆ ਸਭ ਸੰਸਾਰ। ਵਿਚਾਰ ਕਰ ਰਹੇ ਆਪਾਂ ਜੀ। ਉਹ ਕ੍ਰਿਸ਼ਨ ਆਖਣ ਲੱਗੇ ਮੈਂ ਕੁਛ ਨਹੀਂ ਕੀਤਾ, ਤੇਰੀ ਕੀਤਾ ਹੋਇਆ ਸਭ ਕੁਛ, ਬੇਇੱਜ਼ਤੀ ਕਰਾਈ ਆ ਮੇਰੀ। ਉਹ ਕਹਿੰਦੇ ਮੈਂ ਕੀ ਕਰਿਆ? ਤੁਹਾਡੇ ਬੀਜੇ ਹੋਏ ਨੇ, ਤੂੰ ਭੁੱਲ ਗਈ ਆ। ਕ੍ਰਿਸ਼ਨ ਨੇ ਕਿਹਾ ਦ੍ਰੋਪਦੀ ਨੂੰ, ਕਹਿੰਦੇ ਨਾ ਮੈਂ ਤਾਂ ਬੀਜੀ ਨਹੀਂ। ਕਹਿੰਦੇ ਫਿਰ ਆ ਜਾ, ਯਾਦ ਕਰਾ ਦੇਣਾ ਤੈਨੂੰ ਮੈਂ। ਕਹਿੰਦੇ ਯਾਦ ਕਰ ਤੂੰ, ਜਦ ਤੁਸੀਂ ਰੰਗ ਮਹਿਲ ਬਣਾਇਆ ਨਾ, ਰੰਗ ਮਹਿਲ ਬਣਾਇਆ ਆ ਪੁਰਾਣੀ ਦਿੱਲੀ ਕੋਲ ਜਿਹੜਾ ਤਹਿਸੀਲ ਰੋਡ ਹੈ ਪੁਰਾਣਾ, ਉਹ ਢਹੇ ਹੋਏ ਪਏ ਆ ਜੇ ਖੰਡਰ ਜੇ ਦੇਖੇ ਹੋਣਗੇ, ਉਹ ਉਹਨਾਂ ਦੀ ਵਸਾਈ ਹੋਈ ਜਿਹੜੀ ਰੰਗ ਮਹਿਲ ਸੀ ਪਾਂਡਵਾਂ ਦਾ, ਉਹ ਹੈ। ਤੇ ਗੁਰਮੁਖ ਪਿਆਰੋ ਜਿਹਨੂੰ ਹਸਤਨਾਪੁਰੀ ਕਹਿੰਦੇ ਸਨ, ਉਹਨੇ ਚੱਠ ਕੀਤੀ ਉਹਨਾਂ ਨੇ, ਪਾਂਡਵਾਂ ਨੇ ਕੌਰਵਾਂ ਨੂੰ ਬੁਲਾਇਆ। ਜਿਵੇਂ ਆਪਾਂ ਕੋਠੀ ਨਵਾਂ ਮਕਾਨ ਬਣਾ ਕੇ ਬੁਲਾਉਣੇ ਆ ਜੀ ਰਿਸ਼ਤੇਦਾਰਾਂ ਨੂੰ, ਗਵਾਂਢੀਆਂ ਨੂੰ, ਹੋਰ ਇੱਧਰੋਂ ਜੋ ਵੀ ਮਿੱਤਰ ਨੇ, ਖੁਸ਼ੀ ਮਨਾਉਣੇ ਆ, ਏਦਾਂ ਉਹਨਾਂ ਨੇ ਬੁਲਾਉਣਾ ਕੀਤਾ। ਉਹ ਰੰਗ ਮਹਿਲ ਜਿਹੜਾ ਬਣਾਇਆ ਸੀ ਪਾਂਡਵਾਂ ਨੇ, ਉਹਦੇ ਵਿੱਚ ਐਸੀਆਂ ਚੀਜ਼ਾਂ ਬਣਵਾਈਆਂ, ਜਿੱਥੇ ਕੰਧ ਉੱਥੇ ਗੇਟ, ਜਿੱਥੇ ਗੇਟ ਸੀ ਉੱਥੇ ਕੰਧ ਦਿਖੇ, ਦਰਵਾਜ਼ਾ ਦਿਖੇ, ਜਿੱਥੇ ਕੰਧ ਸੀ ਉੱਥੇ ਦਰਵਾਜ਼ਾ, ਜਿੱਥੇ ਦਰਵਾਜ਼ਾ ਸੀ ਉੱਥੇ ਕੰਧ ਦਿਖੇ। ਏਦਾਂ ਦੇ ਤਰੀਕੇ ਨਾਲ ਉਹਨਾਂ ਨੇ ਰੰਗ ਮਹਿਲ ਬਣਵਾਇਆ। ਤੇ ਉਹ ਕੌਰਵ ਜਦੋਂ ਆਏ ਨਾ, ਕ੍ਰਿਸ਼ਨ ਦੱਸ ਰਹੇ ਨੇ ਦ੍ਰੋਪਦੀ ਨੂੰ, ਕਹਿੰਦੇ ਮੈਂ ਕੁਛ ਨਹੀਂ ਕੀਤਾ, ਜਿਹੜੀ ਤੇਰੀ ਬੇਇੱਜ਼ਤੀ ਜਾਂ ਇੱਜ਼ਤ ਟਕੀ ਆ ਰਹੀ ਆ, ਇਹ ਸਭ ਕੁਛ ਤੂੰ ਆਪਣੇ ਆਪ ਕੀਤਾ ਹੋਇਆ ਹੈ। ਨਾਨਕ ਦੁਖੀਆ ਸਭ ਸੰਸਾਰ। ਕਹਿੰਦੇ ਦੱਸੋ ਭਗਵਾਨ। ਉਹ ਕਹਿੰਦੇ ਜਦੋਂ ਉਹ ਆਏ ਨਾ ਕੌਰਵ ਰੰਗ ਮਹਿਲ ਦੇ ਵਿੱਚ, ਅੰਦਰ ਜਾਣ ਲੱਗੇ ਮਹਿਲ ਦੇ, ਵੇਖਿਆ ਵੀ ਦਰਵਾਜ਼ਾ ਕੰਧਾਂ 'ਚ ਵੱਜਣ ਲੱਗੇ, ਕੰਧਾਂ 'ਚ ਵੱਜੀ ਗਏ, ਦਰਵਾਜ਼ਾ ਤਾਂ ਦਿਖੇ ਨਾ। ਦ੍ਰੋਪਦੀ ਤੂੰ ਖੜੀ ਸੀਗੀ ਮਹਿਲ ਤੇ, ਤੂੰ ਬਚਨ ਦੇਖੀ ਗਈ ਉਹਨਾਂ ਨੂੰ ਵੀ ਅੰਨਿਆਂ ਦੇ ਅੰਨੀ ਨੇ। ਅੱਗੇ ਫਿਰ ਉਹ ਪਹਿਰੇਦਾਰਾਂ ਨੇ ਫੜ ਕੇ ਲੰਘਾਏ ਅੰਦਰ, ਤੇ ਜਿੱਥੇ ਪਾਣੀ ਸੀ ਉੱਥੇ ਬੈਠਣ ਨੂੰ ਥਾਂ ਦਿਖੇ, ਰਾਹ ਦਿਖੇ। ਤੇ ਗੁਰਮੁਖੋ ਜਿੱਥੇ ਰਾਹ ਸੀਗਾ ਉੱਥੇ ਪਾਣੀ ਦਿਖੇ ਗੋਡੇ ਗੋਡੇ।
ਜਦੋਂ ਅੰਦਰ ਨੂੰ ਗਏ, ਐਸਾ ਤਰੀਕਾ ਉਹਨਾਂ ਨੇ ਬਣਾਇਆ, ਸੰਗਮਰਮਰ ਲਾਉਣੇ ਕੀਤੇ, ਪੱਥਰ ਪਤੀ ਨਾ ਲੱਗੇ ਕਿੱਥੇ ਕੀ ਹੈ ਕਿੱਥੇ ਕੀ ਹੈ। ਪਾਣੀ 'ਚ ਵੜ ਗਏ, ਰਾਹ ਦਾ ਭੁਲੇਖਾ ਖਾ ਕੇ ਗੋਡੇ ਗੋਡੇ ਬਸਤਰ ਭਿੱਜ ਗਏ, ਟੋਇਆਂ 'ਚ ਡਿੱਗੇ ਜੀ, ਕੰਨਾਂ 'ਚ ਵੱਜਦੇ ਫਿਰ। ਉੱਥੇ ਦ੍ਰੋਪਦੀ ਤੂੰ ਖੜੀ ਸੀ ਮਹਿਲ ਦੇ ਵਿੱਚ ਉੱਪਰ, ਤੂੰ ਖੜੀ ਖੜੀ ਨੇ ਵਚਨ ਕੀਤਾ ਕਿ ਅੰਨਿਆਂ ਦੇ ਅੰਨੀ ਜੰਮੇ। ਅਸੀਂ 3 ਕਰਮਾਂ ਕਰਕੇ ਕਰਮ ਬੀਜਦੇ ਹਾਂ। ਬੰਦਾ ਇਹੀ ਨਾ ਸੋਚੇ ਮੈਂ ਆਪਣੇ ਹੱਥਾਂ ਤੋਂ ਕਦੇ ਮਾੜਾ ਨਹੀਂ ਕਰਿਆ ਕਦੇ ਕਿਸੇ ਦਾ, ਇਹ ਤਾਂ ਹੱਥਾਂ ਨਾਲ ਕਰਮ ਬੀਜ ਦਿੱਤੇ। 3 ਤਰੀਕਿਆਂ ਨਾਲ ਬੰਦਾ ਬੀਜਦਾ। ਇਹੀ ਨਾ ਸੋਚੇ ਕਿ ਮੈਂ ਆਪਣੇ ਹੱਥਾਂ ਤੋਂ ਕਦੇ ਮਾੜਾ ਨਹੀਂ ਕਰਿਆ ਕਦੇ ਕਿਸੇ ਦਾ ਵੀ, ਸੋਚਦਾ ਬੰਦਾ। ਤੇ ਗੁਰਮੁਖ ਪਿਆਰਿਓ, ਅਸੀਂ 3 ਤਰੀਕਿਆਂ ਨਾਲ ਬੀਜਦੇ ਹਾਂ ਦੇਹ 'ਚ, ਆ ਸਰੀਰ 'ਚ, ਆ ਖੇਤ 'ਚ। ਮਨ ਕਰਕੇ, ਕਰਮਾਂ ਕਰਕੇ, ਬਚਨਾ ਕਰਕੇ। ਇੱਕ ਤਾਂ ਹੱਥਾਂ ਤੋਂ ਮਾੜਾ ਕਰਨਾ ਕਿਸੇ ਦਾ, ਇੱਕ ਜੀਭ ਤੋਂ ਮਾੜਾ ਬੋਲਣਾ, ਉਹ ਵੀ ਬੀਜਿਆ ਗਿਆ। ਇੱਕ ਮਨ ਵਿੱਚ ਸੋਚ ਲੈਣਾ ਮਾੜੇ ਖਿਆਲ, ਉਹ ਵੀ ਬੀਜੇ ਗਏ। ਹੁਣ ਕਿਹੜਾ ਕਿਵੇਂ ਕਿੱਥੇ ਬੀਜਦਾ ਬੰਦਾ, ਉਹ ਖੁਦ ਸੋਚੀਏ ਅਸੀਂ। ਮਨ ਬਚ ਕਰਮ ਹਰ ਗੁਣ ਨਹੀਂ ਗਾਏ, ਜੈ ਜੀ ਸੋਚ ਧਰੋ। ਮਹਾਰਾਜ ਕਹਿੰਦੇ ਆਹੀ ਸੋਚ ਹੈ, ਚਿੰਤਾ ਹੈ ਕਿ ਨਾ ਮਨ ਕਰਕੇ, ਨਾ ਕਰਮਾਂ ਕਰਕੇ, ਨਾ ਬਚਨਾ ਕਰਕੇ ਕਦੇ ਰੱਬ ਦੇ ਗੁਣ ਨਹੀਂ ਗਾਏ, ਭਾਵ ਚੰਗਾ ਨਹੀਂ ਹੋ ਸਕਿਆ। ਆਹੀ ਚਿੰਤਾ ਹੈ। ਗੁਰਮਤਿ ਸੁਣ ਕਸ ਗਿਆਨ ਨਾ ਉਪਜਿਓ, ਪਸ ਜਾਓ ਉਧਰ ਭਰੋ। ਗੁਰੂ ਦੀ ਮੱਤ ਬੰਦਾ ਸੁਣਦਾ ਨਹੀਂ ਆ, ਪਸ਼ੂਆਂ ਵਾਂਗ ਪੇਟ ਭਰ ਲੈਂਦਾ। ਬਣੂ ਕੀ, ਪਸ ਜਾਓ ਉਧਰ ਭਰੋ। ਧੀਏ ਤੈਂ ਉਸ ਟਾਈਮ ਬੀਜਿਆ, ਕਹਿੰਦੀ ਅੰਨਿਆਂ ਦੇ ਅੰਨੀ ਜੰਮੇ। ਉਹਨਾਂ ਦੀ ਬੇਇੱਜ਼ਤੀ ਤੁਸੀਂ ਕੀਤੀ ਰੱਜ ਕੇ। ਰੋਵੇ ਪਾਂਡਵ ਭਏ ਮਜੂਰ, ਜਿਨ ਕੈ ਸਵਾਮੀ ਰਹਿਤ ਹਦੂਰ। ਨਾਲ ਸੀ ਕ੍ਰਿਸ਼ਨ, ਕਹਿੰਦਾ ਮੈਂ ਕੁਛ ਨਹੀਂ ਕਰ ਸਕਦਾ। ਫਿਰ ਉੱਥੇ 5 ਪਾਂਡੋ ਦੇਖਦੇ ਰਹੇ ਸਭਾ ਦੇ ਵਿੱਚ, ਘਰ ਵਾਲੀ ਦੇ ਵਸਤਰ ਤਾਰ ਰਹੇ ਸੀ। ਉੱਥੇ ਉਹਦੇ ਕਰਮ ਕੀਤੇ ਹੋਏ ਸੀ, ਸ਼ਰਮ ਨਾਲ ਮੂੰਹ ਝੁਕ ਰਹੇ ਸੀ, ਕੁਛ ਨਹੀਂ ਕਰ ਸਕੇ। ਤੇ ਗੁਰਮੁਖ ਪਿਆਰਿਓ, ਉਸ ਟਾਈਮ ਉਹਨੇ ਬੀਜ ਲਿਆ। ਉਹ ਕਹਿੰਦੇ ਉਹਨਾਂ ਨੇ ਫਿਰ ਬੇਇੱਜ਼ਤੀ ਮਹਿਸੂਸ ਕੀਤੀ। ਉਹਨਾਂ ਨੇ ਅੰਦਰ ਫਿਰ ਸੰਕਲਪ ਕੀਤਾ ਕਿ ਅੱਜ ਤੁਸੀਂ ਸਾਡੀ ਬੇਇੱਜ਼ਤੀ ਕੀਤੀ ਹੈ, ਘਰੇ ਬੁਲਾ ਕੇ ਰੱਜ ਕੇ, ਇੱਕ ਦਿਨ ਆਏਗਾ ਤੁਹਾਡੀ ਵੀ ਬੇਇੱਜ਼ਤੀ ਕਰਾਂਗੇ। ਉਹਨਾਂ ਨੇ ਵੇਖਿਆ ਤੈਨੂੰ ਮਹਿਲ ਤੇ ਖੜੀ ਨੂੰ ਹੱਸਦੀ ਨੂੰ, ਵੀ ਸਾਡੀ ਬੇਇੱਜ਼ਤੀ ਹੁੰਦੀ ਵੇਖ ਕੇ ਦ੍ਰੋਪਦੀ ਹੱਸੀ ਆ। ਦਰਦੋਜਨ ਹੋਰ ਜਿਹੜੇ ਸੀ ਨਾਲ। ਤੇ ਗੁਰਮੁਖੋ ਫਿਰ ਸੰਕਲਪ ਕੀਤਾ ਸੀ ਬੇਇੱਜ਼ਤੀ ਦਾ, ਆਪਣੀ ਦਾ ਬਦਲਾ ਲਵਾਂਗੇ। ਤਾਂ ਉਹਨਾਂ ਨੇ ਗੁਰਮੁਖੋ ਇੰਨੀ ਉਹਨਾਂ ਨੂੰ ਬੇਇੱਜ਼ਤ ਕੀਤਾ ਸਭਾ ਦੇ ਵਿੱਚ ਦ੍ਰੋਪਦੀ ਨੂੰ। ਕਿਉਂਕਿ ਪੰਚਾਲੀ ਕੋ ਰਾਜ ਸਭਾ ਮੈਂ, ਰਾਮ ਨਾਮ ਸੁਧ ਆਈ। ਪੰਚਾਲੀ, ਪੰਜਾਂ ਦੇ ਘਰ ਵਾਲੀ ਦ੍ਰੋਪਦੀ, ਉੱਥੇ ਸੁਧ ਆਈ ਫਿਰ ਰੱਬ ਦੇ ਨਾਮ ਦੀ। ਉੱਥੇ ਪੰਡੇ 5 ਜਿਹੜੇ ਸੀ ਦੇਖਦੇ ਰਹੇ। ਭਾਈ ਗੁਰਦਾਸ ਜੀ ਕਹਿੰਦੇ ਦੇਖੀ ਗਏ, ਆਪਣੇ ਘਰ ਵਾਲਿਆਂ ਵੱਲ ਵੇਖਿਆ। ਦ੍ਰੋਪਦੀ ਨੇ ਸ਼ਰਮ ਨਾਲ ਉਹਨਾਂ ਦੇ ਮੂੰਹ ਝੁਕ ਗਏ, ਕੁਛ ਨਹੀਂ ਕਰ ਸਕੇ। ਫਿਰ ਆਪਣੇ ਗੁਰੂ ਵੱਲ ਵੇਖਿਆ, ਦਰੋਣਾਚਾਰੀਆ ਵੱਲ, ਉਹਦਾ ਵੀ ਸਿਰ ਝੁਕ ਗਿਆ, ਕਿਉਂਕਿ ਬੀਜਿਆ ਸੀ ਉਹਨਾਂ ਨੇ। ਸਿੱਖਿਆ ਲੈਣੀ ਆ ਕਿ ਗੁਰ ਪੀਰ ਹਾਮਾ ਤਾਂ ਭਰੈ, ਜਾ ਮੁਰਦਾਰਣਾ ਖਾਏ। ਗੁਰੂ ਪੀਰ ਵੀ ਸਾਡੀ ਤਾਂ ਹਾਮਾ ਭਰੂ ਜੇ ਸਾਡਾ ਜੀਵਨ ਰਾਹ ਸਹੀ ਆ। ਜੇ ਸਾਡੀ ਜੀਵਨ ਰਾਹ ਸਹੀ ਆ ਤਾਂ ਉਹਨੇ ਹਾਮਾ ਭਰਨੀਆਂ ਨੇ। ਗੁਰਮੁਖ ਪਿਆਰਿਓ, ਜੇ ਸਾਡਾ ਜੀਵਨ ਰਾਹ ਗਲਤ ਆ, ਗੁਰੂ ਕੀ ਕਰੂਗਾ? ਸਾਚਾ ਸਤਿਗੁਰੂ ਕਿਆ ਕਰਿਆ, ਜੋ ਸਿੱਖਾਂ ਮੈਂ ਚੂਕ, ਅੰਧਾ ਏਕ ਨਾ ਲਾਗੇ, ਜੋ ਬਾਂਸ ਵਜਾਈਐ ਫੂਕ। ਉਹ ਕੀ ਕਰੂ? ਜੇ ਸਾਡੇ 'ਚ ਕਮੀਆਂ ਨੇ, ਗਲਤੀਆਂ ਨੇ, ਗੁਰੂ ਕੀ ਕਰੂਗਾ? ਮੰਦ ਕਰਮ ਕਰਕੇ ਮੈਂ ਬੈਠੇ ਆ ਇੱਥੇ, ਗੁਰੂ ਨੂੰ ਕਹਿਣਾ ਬਚਾ ਲਾ, ਐਵੇਂ ਕਿਵੇਂ ਬਚਾ ਲੂ? ਇੱਥੇ ਤਾਂ ਸੱਚ ਦੀ ਨਿਬੇੜ ਆ ਕਿ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ। ਰੋਜ਼ ਪੜ੍ਹਨੇ ਸੁਣਨੇ ਆ ਚੰਗਿਆਈਆਂ ਬੁਰਿਆਈਆਂ, ਵਾਚੈ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੈ। ਕਿਆ ਮੂੰਹ ਲੈ ਕੀਚੇ ਅਰਦਾਸ, ਪਾਪ ਪੁੰਨ ਦੋਏ ਸਾਖੀ ਪਾਸ। ਕਿਹੜਾ ਮੂੰਹ ਲੈ ਕੇ ਅਰਦਾਸਾਂ ਕਰਨੇ ਆ? ਸਾਡੇ ਕੀਤੇ ਹੋਏ ਪਾਪ ਪੁੰਨ ਜਿਹੜੇ ਆ ਗਵਾਹ ਨੇ, ਇੱਥੇ ਗਵਾਹ ਨੇ। ਸਰੋਹ ਵਿਚਾਰ ਉਹ ਵੇਖੀ ਗਈ। ਫਿਰ ਉਹਨੇ ਰੱਬ ਨੂੰ ਬੇਨਤੀ ਕੀਤੀ ਸੀ, ਫਿਰ ਆ ਕੇ ਉਹਦੀ ਲਾਜ ਰੱਖਣਾ ਕੀਤੀ। ਉਹ ਸਮਝ ਆ ਗਈ, ਕਹਿੰਦੀ ਠੀਕ ਹੈ, ਚਲੋ ਇਹ ਮੈਂ ਕਮਾਇਆ, ਬੀਜਿਆ, ਬੇਇੱਜ਼ਤੀ ਕੀਤੀ ਉਹਨੇ, ਤਾਂ ਮੇਰੀ ਬੇਇੱਜ਼ਤੀ ਹੋਈ ਆ।
ਫਿਰ ਆ ਰਹਿਣ ਰਹੀ ਕਿਵੇਂ ਆ? ਉਹ ਕ੍ਰਿਸ਼ਨ ਕਹਿੰਦੇ ਵੀ ਇਹ ਵੀ ਮੈਂ ਨਹੀਂ ਕੀਤਾ, ਇਹ ਵੀ ਤੂੰ ਆਪੇ ਕੀਤਾ। ਯਾਦ ਕਰ ਆਪਣੀਆਂ ਰਾਣੀ ਬਾਂਦੀਆਂ ਨਾਲ, ਨੌਕਰਾਣੀਆਂ ਨਾਲ ਤੂੰ ਗਈ ਸੈਂ ਨਦੀ ਤੇ ਇਸ਼ਨਾਨ ਕਰਨ। ਉੱਥੇ ਇੱਕ ਰੱਬ ਦੇ ਪਿਆਰੇ ਇਸ਼ਨਾਨ ਕਰਦੇ ਸੀ। ਉਹਨਾਂ ਦਾ ਵਸਤਰ ਜਿਹੜਾ ਸੀ ਥੋੜਾ ਬਹੁਤ ਹੀ ਰੱਖਦੇ ਮਹਾਤਮਾ, ਉਹ ਪਾਣੀ ਦੇ ਵਹਿਣ ਚ ਬਹਿ ਗਿਆ। ਤੂੰ ਗਈ ਸੈਂ ਇਸ਼ਨਾਨ ਕਰਨ ਉੱਥੇ। ਉਸ ਮਹਾਤਮਾ ਨੂੰ ਕਿਹਾ, ਮਹਾਤਮਾ ਜੀ ਬਾਹਰ ਆ ਜਾਓ, ਵਿੱਚ ਖੜੇ ਸੀ ਪਾਣੀ ਦੇ, ਅਸੀਂ ਇਸ਼ਨਾਨ ਕਰਨਾ। ਤੇ ਉਹ ਮਹਾਤਮਾ ਨੇ ਆਖਿਆ, ਧੀਏ ਮੇਰੇ ਤਨ ਦਾ ਕੱਪੜਾ ਬਹਿ ਗਿਆ ਪਾਣੀ ਚ, ਤਨ ਦਾ ਕੱਪੜਾ ਪਾਣੀ ਚ ਬਹਿ ਗਿਆ, ਤੂੰ ਮੈਨੂੰ ਥੋੜਾ ਜਿਹਾ ਤਨ ਢੱਕਣ ਵਾਸਤੇ ਕੱਪੜਾ ਦੇ ਦੇ, ਜਿਹਨੂੰ ਮੈਂ ਪਾ ਕੇ ਬਾਹਰ ਆ ਜਾਊਂ, ਤੁਸੀਂ ਨਹਾ ਲਿਓ ਬਾਅਦ ਚ। ਕਹਿੰਦੇ ਠੀਕ ਹੈ। ਫਿਰ ਉਸ ਟਾਈਮ ਦ੍ਰੋਪਦੀ ਨੇ ਆਪਣੀ ਸਾੜੀ ਦੇ ਨਾਲ ਕੱਪੜਾ ਪਾੜਿਆ ਸਾਧੂ ਦਾ ਤਨ ਢੱਕਣ ਦੇ ਲਈ। ਉਹ ਪਾਣੀ ਚ ਡਿੱਗ ਗਿਆ ਦੂਰੋਂ, ਉਹ ਹੱਥ ਚ ਨਾ ਆਇਆ, ਖੁੰਝ ਗਿਆ ਜੀ। ਕਈ ਵਾਰ ਕਿਉਂਕਿ ਰਾਜੇ ਮਹਾਰਾਜੇ ਜਿਹੜੇ ਉਹਨਾਂ ਦੇ ਘਰ ਵਾਲੀਆਂ ਸੀ, ਬਹੁਤ ਜ਼ਿਆਦਾ ਵਸਤਰ ਪਹਿਨੇ ਹੁੰਦੇ ਸਨ, ਸਾੜੀਆਂ, ਉਹ ਆਪਣੇ ਆ ਤਨ ਦੇ ਕੱਪੜੇ ਨਾਲੋਂ ਕੱਪੜਾ ਪਾੜ ਕੇ ਉਹ ਮਹਾਤਮਾ ਨੂੰ ਦਿੰਦੀ ਰਹੀ। ਉਹ ਖੁੰਝਦਾ ਰਿਹਾ। ਇੱਕ ਕੱਪੜਾ ਹੱਥ ਚ ਆ ਗਿਆ, ਮਹਾਤਮਾ ਨੇ ਉਹ ਆਪਣੇ ਸਰੀਰ ਤੇ ਪਹਿਨਣਾ ਕੀਤਾ, ਢੱਕ ਕੇ ਬਾਹਰ ਆ ਗਏ ਤੇ ਹੱਥ ਰੱਖਿਆ ਸਿਰ ਤੇ। ਧੀਏ ਅੱਜ ਤੂੰ ਮੇਰੀ ਇੱਜ਼ਤ ਢੱਕੀ ਹੈ, ਰੱਬ ਕਿਰਪਾ ਕਰੇ ਲੋੜ ਪੈਣ ਤੇ ਤੇਰੀ ਵੀ ਇੱਜ਼ਤ ਪੱਤ ਢੱਕੀ ਜਾਵੇ। ਕ੍ਰਿਸ਼ਨ ਕਹਿੰਦੇ, ਧੀਏ ਮੈਂ ਕੁਛ ਨਹੀਂ ਕੀਤਾ, ਇਹ ਤੂੰ ਜਿਹੜਾ ਉਹ ਲੀਰਾਂ ਬਣਾ ਕੇ ਨਾ ਉਸ ਮਹਾਤਮਾ ਨੂੰ ਤਨ ਢੱਕਣ ਨੂੰ ਕੱਪੜਾ ਦੇ ਰਹੀ ਸੈਂ, ਇਹ ਉਹਦਾ ਬਦਲਾ ਹੈ। ਉਹਦੀਆਂ ਸਾੜੀਆਂ ਬਣ ਕੇ ਦਹਿ ਦੁਨੀਆ ਅੱਗੇ 70, ਇੱਕ ਦਾਨ ਕਰਾਂਗੇ ਨਾ 80 ਮਿਲਣੇ ਨੇ ਉਹਦੇ, ਚੰਗੇ ਨੇ ਜਾਂ ਮਾੜੇ ਨੇ। ਚੰਗਾ ਕਰਿਆ 80 ਗੁਣਾ ਮਿਲਣਾ ਉਹਦਾ। ਦਹਿ ਦੁਨੀਆ ਚ 10, ਅਗਲੇ ਜਹਾਨ ਵਿੱਚ 70 ਗੁਣਾ, 80 ਗੁਣਾ ਹੋ ਗਿਆ ਮਿਲਣਾ ਉਹਦਾ ਜਿਹੜਾ ਬਦਲਾ ਹੈ। ਕ੍ਰਿਸ਼ਨ ਆਖਣ ਲੱਗੇ, ਇਹ ਤੂੰ ਉਹ ਕਮਾਇਆ ਸੀਗਾ ਤਾਂ ਤੇਰੀ ਇੱਜ਼ਤ ਢਕੀ ਗਈ ਹੈ, ਮੈਂ ਕੁਛ ਨਹੀਂ ਕੀਤਾ। ਤੇ ਫਿਰ ਉਹ ਪਾਂਡਵ ਰੋਂਦੇ ਨੇ ਜਿਨ੍ਹਾਂ ਦੇ ਨਾਲ ਕ੍ਰਿਸ਼ਨ ਦੁਆਪਰ ਦੇ ਅਵਤਾਰ 16 ਕਲਾਂ ਸੰਪੂਰਨ ਨਾਲ ਰਹਿੰਦੇ ਸਨ, ਵਿਰਾਟ ਰਾਜੇ ਦੇ ਨੌਕਰ ਬਣੇ, ਉੱਥੇ ਜਾ ਕੇ ਰੋਏ। ਤੇ ਗੁਰਮੁਖ ਪਿਆਰਿਓ, ਰੋਵੈ ਜਨਮੇਜਾ ਖੋਈ ਗਿਆ, ਇੱਕ ਹੀ ਕਾਰਨ ਪਾਪੀ ਭਇਆ। ਜਨਮੇਜਾ ਰਾਜਾ ਪਾਂਡਵਾਂ ਦੀ ਕੁਲ ਦੇ ਵਿੱਚੋਂ ਸੀਗਾ, ਉਹ ਕੋੜ ਹੋ ਗਿਆ ਸੀ। ਉਹ ਕੋੜ ਕਿਉਂ ਹੋਇਆ? ਆਪਣੀ ਘਰ ਵਾਲੀ ਦੇ ਆਖੇ ਲਾ ਕੇ, ਸਮਾਂ ਸੀਮਤ ਹੈ, ਥੋੜਾ ਹੈ, ਵਿਚਾਰਾਂ ਬਹੁਤ ਲੰਮੀਆਂ ਨੇ। ਕੋਈ ਮਹਾਤਮਾ ਮਿਲਿਆ ਸੀ ਕਿ ਫਲਾਣੀ ਦਿਸ਼ਾ ਵੱਲ ਨਾ ਜਾਈ, ਪਹਿਲਾਂ ਤੇਰੇ ਕੋਲ ਕੋਈ ਘੋੜਾ ਲੈ ਕੇ ਆਏਗਾ, ਉਹ ਲਈ ਨਾ, ਜੇ ਲੈ ਲਿਆ ਤੇ ਸਵਾਰੀ ਨਾ ਕਰੀ। ਸਾਰੇ ਬਚਨ ਉਲਟ ਕਰ ਲਏ, ਘੋੜਾ ਵੀ ਲੈ ਲਿਆ, ਸਵਾਰੀ ਵੀ ਕਰ ਲਈ, ਜਿਹੜੀ ਦਿਸ਼ਾ ਵੱਲੋਂ ਰੋਕਿਆ ਸੀ ਉਧਰ ਵੀ ਚਲਾ ਗਿਆ। ਕਿਹਾ ਸੀ ਕਿ ਉੱਥੇ ਫਲਾਣੀ ਜਗ੍ਹਾ ਤੈਨੂੰ ਇੱਕ ਲੜਕੀ ਮਿਲਣੀ ਆ, ਉਹਨੂੰ ਮਿਲੀ ਨਾ, ਗੱਲ ਨਾ ਕਰੀ, ਘਰੇ ਨਾ ਲਿਆਈ, ਵਿਆਹ ਨਾ ਕਰੀ, ਸਭ ਕੁਛ ਕਰ ਲਿਆ ਜੀ। ਮਿਲ ਗਿਆ, ਵਿਆਹ ਕਰਾ ਲਿਆ, ਉਹ ਸੋਹਣੀ ਸੀ। ਤੇ ਖੁਸ਼ੀ ਦੇ ਵਿੱਚ ਗੁਰਮੁਖ ਪਿਆਰਿਓ ਉਹਨੇ ਜੱਗ ਕੀਤਾ, ਦਾਨ ਪੁੰਨ ਕਰਨ ਲੱਗਿਆ, ਬ੍ਰਾਹਮਣਾਂ ਨੂੰ ਬੁਲਾ ਲਿਆ, 18 ਕੁਲ ਦੇ ਬ੍ਰਾਹਮਣ। ਤੇ ਉਹਦੇ ਵੱਲ ਵੇਖ ਕੇ ਉਹ ਹੱਸ ਪਏ ਜਿਹੜੇ ਬ੍ਰਾਹਮਣ ਸੀਗੇ। ਤੇ ਗੁੱਸੇ ਵਿੱਚ ਆ ਕੇ ਉਹਨੇ ਆਪਣੇ ਘਰ ਵਾਲੀ ਦੇ ਆਖੇ ਲਾ ਕੇ ਕਿ ਮੇਰੇ ਵੱਲ ਵੇਖ ਕੇ ਹੱਸਦੇ ਆ। ਉਹ 18 ਕੁਲਾਂ ਦੇ ਬ੍ਰਾਹਮਣ ਵੱਢਤੇ ਜਨਮੇਜੇ ਨੇ। ਕੋੜ ਹੋ ਗਿਆ ਜੀ 18 ਕੁਲਾਂ ਦੇ ਮਹਾਤਮਾ ਨੂੰ ਮਾਰਨ ਦਾ। ਗਲਤੀ ਤਾਂ ਕਦੋਂ ਉਹਨੇ ਕੀਤੀ? ਹੁੰਦੇ ਨੇ ਸ਼ਰਾਰਤੀ ਵਿੱਚ ਜਿਹੜੇ ਹੋਰ ਸੀ ਕਰਨੀ ਵਾਲੇ ਮਹਾਂਪੁਰਖ, ਉਹਨਾਂ ਨੂੰ ਵੀ ਨਾਲੇ ਵੱਢ ਦਿੱਤਾ ਉਹਨੇ। ਉਹਦਾ ਬਦਲਾ ਉਹਨੂੰ ਕੋੜ ਹੋਇਆ। ਤੇ ਫਿਰ ਲਾਜ, ਉਹ ਕਹਿੰਦੇ ਵੀ ਤੈਨੂੰ ਮਹਾਭਾਰਤ ਦਾ ਜੰਗ ਸੁਣਨਾ ਪੈਣਾ, ਪਰ ਕਹਿੰਦੇ ਸੁਣੀ ਸ਼ਰਧਾ ਨਾਲ, ਸ਼ੰਕਾ ਨਾ ਕਰੀ, ਜੇ ਸ਼ੰਕਾ ਕਰ ਲਿਆ ਰਾਜਿਆ ਮਰਦੇ ਆ। ਤੇ ਗੁਰਮੁਖ ਪਿਆਰਿਓ, ਸ਼ਿਸ਼ਟ ਮੁਨੀ ਤੋਂ ਸੁਣਨਾ ਲੱਗਿਆ ਜਦੋਂ ਉਹ ਚੱਲ ਪਿਆ, ਅੱਗੇ ਆ ਗਿਆ ਕਿਤੇ ਬਚਨ, ਕਹਿੰਦੇ ਵੀ ਭੀਮ ਸੈਨ ਨੇ ਹਾਥੀ ਅਸਮਾਨ 'ਚ ਚਾੜੇ ਸੀ, ਸੁੰਡ ਫੜ ਕੇ। ਲਾ ਕਹਿੰਦਾ ਐਵੇਂ ਕਿਵੇਂ ਹੋ ਜੂ? ਗੱਲ ਤਾਂ ਸਾਰੀ ਸ਼ਰਧਾ ਰੱਖਣ ਦੀ ਸੀ ਨਾ, ਚਾੜੇ ਨਾ ਚੜੇ ਗੱਲ ਵੱਖਰੀ। ਉਹ ਕਹਿੰਦੇ ਵੀ ਤੂੰ ਸ਼ਰਧਾ ਰੱਖਣੀ ਆ। ਕਹਿੰਦਾ ਇੱਕ ਬੰਦਾ ਹਾਥੀ ਕਿਵੇਂ ਚੱਕ ਕੇ ਭਗਾ ਦੂ ਅਸਮਾਨ 'ਚ? ਹਲੇ ਤੱਕ ਕਹਿੰਦੇ ਉਤਰੇ ਨਹੀਂ। ਸ਼ੰਕਾ ਕਰ ਲਿਆ ਜੀ। ਫਿਰ ਇੱਕ ਹੀ ਕਾਰਨ ਪਾਪੀ ਭਇਆ, ਘਰ ਵਾਲੀ ਦੇ ਆਖੇ ਲੱਗ ਕੇ ਉਹ ਕੁਕਰਮ ਕੀਤਾ, 18 ਕੁਲਾਂ ਦੇ ਬ੍ਰਾਹਮਣ ਵੱਢ ਦਿੱਤੇ, ਕੋੜ ਹੋਇਆ। ਫਿਰ ਉਹਦੇ ਨੱਕ ਤੇ ਰਹਿ ਗਿਆ ਸੀ ਜਦੋਂ ਸ਼ੰਕਾ ਪੈਦਾ ਹੋ ਗਈ। ਇੱਕ ਹੀ ਕਾਰਨ ਪਾਪੀ ਭਇਆ, ਫਿਰ ਪਾਪੀ ਰਹਿ ਗਿਆ। ਉਹ ਕੋੜ ਦੇ ਨਾਲ ਹੀ ਮਰਨਾ ਪਿਆ, ਉਹਨੂੰ ਕੋੜ ਦੇ ਨਾਲ ਹੀ ਮਰਨਾ ਪਿਆ। ਫਿਰ ਅੱਗੇ
ਮਹਾਰਾਜ ਕਹਿੰਦੇ ਆ, ਰੋਵੈ ਪੰਡਤ ਗਿਆਨ ਗਵਾਏ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭਿਖਿਆ ਜਾਏ। ਗੋਪੀ ਚੰਦ ਰਾਜੇ ਵਰਗੇ, ਭਰਥਰੀ ਰਾਜੇ ਵਰਗੇ। ਪਹਿਲਾਂ ਰਾਜੇ ਸੀ, ਵਿਰਾਗ ਪੈਦਾ ਹੋ ਗਿਆ ਘਰਦਿਆਂ ਨੇ ਜਦੋਂ ਬੇਵਫਾਈ ਕੀਤੀ, ਤੇ ਗੁਰਮੁਖ ਪਿਆਰਿਓ ਮੰਗਣ ਤੁਰ ਪਏ, ਕੰਨ ਪੜਾ ਲਏ। ਰਾਜੇ ਸੀ, ਕੰਨ ਪੜਾ ਕੇ ਜਦੋਂ ਘਰ ਘਰ ਜਾ ਕੇ ਭਿਖਿਆ ਮੰਗਦੇ ਆ ਨਾ, ਰੋਂਦੇ ਆ। ਕਿਸੇ ਟਾਈਮ ਉਹ ਭਿਖਿਆ ਪਾਉਂਦੇ ਸੀ ਲੋਕਾਂ ਨੂੰ, ਆਏ ਗਿਆਂ ਨੂੰ, ਰਾਹਗੀਰਾਂ ਨੂੰ ਥਾਂ ਦਿੰਦੇ ਸੀ ਰਹਿਣ ਨੂੰ। ਫਿਰ ਇੱਕ ਦਿਨ ਉਹ ਵੀ ਆ ਗਿਆ, ਉਹਨਾਂ ਨੂੰ ਖੁਦ ਵੀ ਜਾ ਕੇ ਮੰਗਣਾ ਪਿਆ। ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੈ ਭਿਖਿਆ ਜਾਏ। ਜਦੋਂ ਘਰ ਘਰ ਜਾ ਕੇ ਭਿਖਿਆ ਮੰਗਣੀ ਪਈ ਨਾ, ਕੰਨ ਦਾ ਪੜਾ ਲਏ। ਫਿਰ ਵਿਰਾਗੀ ਹੋ ਕੇ, ਘਰਦਿਆਂ ਤੋਂ ਦੁਖੀ ਹੋ ਕੇ ਭਰਥਰੀ ਰਾਜੇ ਨੇ, ਗੋਪੀ ਚੰਦ ਰਾਜੇ ਨੇ ਜਦੋਂ ਘਰ ਘਰ ਜਾ ਕੇ ਭਿਖਿਆ ਮੰਗ, ਵਿਚਾਰ ਆਪਾਂ ਕਰ ਰਹੇ ਹਾਂ, ਨਾਨਕ ਦੁਖੀਆ ਸਭ ਸੰਸਾਰ। ਘਰ ਘਰ ਜਾ ਕੇ ਜਦੋਂ ਭਿਖਿਆ ਮੰਗੀ ਨਾ ਜੀ, ਰੋਣਾ ਪਿਆ। ਤੇ ਰੋਵੈ ਕਿਰਪਨ ਸੰਚੈ ਧਨ ਜਾਏ, ਪੰਡਤ ਰੋਵੈ ਗਿਆਨ ਗਵਾਏ। ਕਿਰਪਨ ਬੰਦਾ, ਕੰਜੂਸ ਬੰਦਾ, ਪਹਿਲਾਂ ਦਾ ਧਨ ਇਕੱਠਾ ਕਰਦਾ, ਬੜਾ ਔਖਾ ਹੋ ਕੇ ਮਾਇਆ ਇਕੱਠੀ ਕੀਤੀ। ਜਦੋਂ ਉਹ ਮਾਇਆ ਜਾਂਦੀ ਆ ਨਾ, ਪੈਸਾ ਖੁੰਝਦਾ, ਉਹ ਰੋਂਦਾ। ਫਿਰ ਕਿਰਪਨ ਕਹੀਏ ਕੰਜੂਸ ਬੰਦਾ। ਜਦੋਂ ਮਾਇਆ ਖੁੰਝਦੀ ਹੈ, ਕਈ ਐਸੇ ਨੇ ਸੰਸਾਰ ਦੇ ਵਿੱਚ ਰੋਂਦੇ ਨੇ, ਮਸਾਂ ਮੈਂ ਪੈਸਾ ਇਕੱਠਾ ਕੀਤਾ। ਜਦੋਂ ਖਰਚਦਾ ਫਿਰ ਦਿਲ ਘਟਦਾ, ਬੰਦਾ 1 ਰੁਪਈਆ ਨਹੀਂ ਕੱਢਦਾ ਅੰਦਰੋਂ, ਜੇਬ ਚੋਂ 1 ਰੁਪਈਆ ਨਹੀਂ ਕੱਢ ਸਕਦਾ, ਕੰਜੂਸ ਬੰਦਾ ਜਿਹੜਾ ਵਾ। ਪਾਤਰ ਰਵਿਦਾਸ ਜੀ ਕਹਿੰਦੇ ਨੇ, ਮਾਟੀ ਕੋ ਪੁੱਤਰਾ ਕਹਿ ਸੋ ਨਚਤ ਹੈ। ਅਸੀਂ ਮਿੱਟੀ ਦੇ ਪੁਤਲੇ ਹਾਂ। ਕਹਿੰਦੇ ਕਿਵੇਂ ਨੱਚਦਾ ਫਿਰਦਾ ਮਾਇਆ ਪਿੱਛੇ। ਜਬ ਕਛ ਪਾਵੈ ਤਬ ਗਰਭ ਕਰਤ ਹੈ, ਮਾਇਆ ਗਈ ਤਬ ਰੋਵਨ ਲੱਗਦਾ ਹੈ। ਜਦੋਂ ਕੁਛ ਪਾਉਂਦਾ ਉਦੋਂ ਗਰਭ ਕਰਦਾ ਹੈ। ਕੰਜੂਸ ਬੰਦਾ ਜਦੋਂ ਮਾਇਆ ਜਾਂਦੀ ਉਦੋਂ ਰੋਣ ਲੱਗ ਜਾਂਦਾ। ਰੋਵੇ ਕਿਰਪਨ ਸੰਚੈ ਧਨ ਜਾਏ, ਪੰਡਤ ਰੋਵੇ ਗਿਆਨ ਗਵਾਏ। ਇੱਕ ਪੰਡਤ ਮਹਾਤਮਾ, ਬਹੁਤ ਵਿਦਵਾਨ, ਹਰ ਇੱਕ ਰਾਜ ਦੇ ਵਿੱਚ ਜਾਂਦਾ, ਉੱਥੋਂ ਉਹ ਜਿੱਤਦਾ। ਕਿਉਂਕਿ ਉਹਨਾਂ ਦੀ ਆ ਫਿਤਰਤ ਹੁੰਦੀ ਹੈ, ਸੁਭਾਅ ਹੁੰਦਾ ਕਿ ਮੈਂ ਜਾਵਾਂ, ਮੇਰੀ ਪ੍ਰਭਤਾ ਹੋਵੇ, ਬਸ ਮੇਰਾ ਨਾਂ ਹੋਵੇ। ਅੱਜ ਵੀ ਕਈਆਂ ਨੂੰ ਏਦਾਂ ਹੀ ਆ। ਪੈਸੇ ਦੀ ਗੱਲ ਨਹੀਂ ਹੁੰਦੀ, ਗੱਲ ਨਾਮ ਦੀ ਹੁੰਦੀ ਆ। ਇੱਕ ਰਾਜ ਵਿੱਚ ਪਹੁੰਚੇ ਆ, ਸਾਰੇ ਰਾਜਾਂ ਨੂੰ ਜਿੱਤਦਾ ਗਿਆ, ਪਹੁੰਚ ਗਿਆ ਉੱਥੇ। ਰਾਜੇ ਨੂੰ ਜਾ ਕੇ ਕਿਹਾ, ਰਾਜਿਆ ਮੇਰੇ ਕੋਲ ਵਿਦਵਤਾ ਹੈ, ਮੈਂ ਵਿਦਵਾਨ ਹਾਂ, ਮੈਂ ਤੇਰੇ ਰਾਜ ਦੇ ਵਿਦਵਾਨਾਂ ਨੂੰ ਚੈਲੰਜ ਕਰਦਾ ਵੀ ਜਾਂ ਤਾਂ ਮੇਰੀ ਵਿਦਿਆ ਦੇ ਬਰਾਬਰ ਮੇਰੇ ਜਵਾਬ ਦਿਓ, ਨਹੀਂ ਫਿਰ ਤੈਨੂੰ ਆਪਣਾ ਰਾਜ ਭਾਗ ਛੱਡਣਾ ਪੈਣਾ। ਛੱਡਣਾ ਕੀ ਨਹੀਂ, ਬਸ ਇੱਕ ਨਾਮ ਕਮਾਉਣਾ ਸੀਗਾ ਉਹਨੇ, ਵੀ ਹਾਂ ਕੋਈ ਹੈਗਾ ਵਿਦਵਾਨ ਪੰਡਤ। ਉਹ ਕਹਿੰਦੇ ਜਾਂ ਤਾਂ ਮੇਰੇ ਨਾਲ ਮੁਕਾਬਲਾ ਕਰਾ ਤੇਰੇ ਰਾਜ ਦੇ ਵਿਦਵਾਨਾਂ ਦਾ। ਹੁਣ ਜਿਹੜੇ ਹੈਗੇ ਸੀ ਜੇ ਬੁਲਾ ਲਏ ਉਹਨਾਂ ਨੇ। ਜਦੋਂ ਪਤਾ ਲੱਗਿਆ ਵੀ ਇਹ ਬਹੁਤ ਵੱਡਾ ਵਿਦਵਾਨ ਹੈ, ਇਹਨੂੰ ਕੋਈ ਜਿੱਤ ਨਹੀਂ ਸਕਦਾ, ਉਹਨਾਂ ਨੇ ਕਿਆ ਕੀਤਾ ਜੀ, ਇੱਕ ਮੂਰਖ ਜਿਹਾ ਬੰਦਾ ਸੀ, ਮੂਰਖ ਪੰਡਤ ਸੀ ਰਾਜ ਦੇ ਵਿੱਚ। ਉਹਨਾਂ ਨੇ ਕਿਹਾ ਵੀ ਚਲੋ ਉਹਨੂੰ ਭੇਜ ਦਿੰਨੇ ਆ, ਉਹਨੂੰ ਪਿੱਛੇ ਪਾ ਦਿੰਨੇ ਆ, ਵੀ ਜਿੱਤ ਗਿਆ ਤਾਂ ਵੀ, ਹਾਰ ਗਿਆ ਬੇਇੱਜ਼ਤੀ ਉਦੋਂ ਹੋ ਗਈ, ਆਪਣੀ ਥੋੜੀ ਬੇਇੱਜ਼ਤੀ ਕਰਨੀ ਆ ਰਾਜੇ ਨੇ। ਉਹਨਾਂ ਨੇ ਸਕੀਮ ਲੜਾ ਕੇ, ਚਲਾਕ ਬ੍ਰਾਹਮਣ ਜਿਹੜੇ ਸੀਗੇ, ਇੱਕ ਮੂਰਖ ਪੰਡਤ ਸੀ, ਮੂਰਖ ਬ੍ਰਾਹਮਣ ਸੀਗਾ ਰਾਜ ਦੇ ਵਿੱਚ, ਉਹਨੂੰ ਭੇਜਦਾ। ਕਹਿੰਦੇ ਵੀ ਆਹ ਮੁਕਾਬਲਾ ਕਰੂਗਾ। ਪੰਡਤ ਰੋਵਿਆ ਗਿਆਨ ਗਵਾਏ, ਉਹ ਵਿਦਵਾਨ ਚੋਟੀ ਦਾ ਉਹਦੇ ਕੋਲ ਆ ਗਿਆ। ਜਦੋਂ ਮੂਰਖ ਸੀ ਜਿਹੜਾ, ਵਿਦਵਤਾ ਸ਼ੁਰੂ ਹੋ ਗਈ। ਉਹ ਕਹਿੰਦੇ ਵੀ ਚਲੋ ਵਿਚਾਰਾਂ ਸ਼ੁਰੂ ਕਰਨੇ ਆ। ਤੇ ਗੁਰਮੁਖ ਪਿਆਰਿਓ, ਉਹਨੇ ਜਿਹੜਾ ਵਿਦਵਾਨ ਪੰਡਤ ਸੀ, ਇੱਕ ਉਂਗਲ ਖੜੀ ਕੀਤੀ। ਵਿਚਾਰ ਤੁਸੀਂ ਸੁਣੀ ਹੋਏਗੀ, ਭਾਵ ਨਾਨਕ ਦੁਖੀਆ ਸਭ ਸੰਸਾਰ। ਇੰਨੀ ਜ਼ਿੰਦਗੀ ਗਾਲਣ ਵਾਲੇ ਬੰਦੇ ਵਿਦਵਤਾ ਪਿੱਛੇ, ਜਿਹਨੇ ਸਾਰਾ ਜੀਵਨ ਨਿਸਾਵਰ ਕਰ ਦਿੱਤਾ, ਲੇਖੇ ਦਾ ਦਿੱਤਾ ਵਿਦਵਤਾ ਦੇ। ਕਿਸੇ ਵੀ ਕੰਮ ਦੇ ਲਾ ਲਓ, ਜਦੋਂ ਉਹਨਾਂ ਦਾ ਜਿਹੜਾ ਗੁਣ ਹੈ, ਕੋਈ ਮੁੱਲ ਨਾ ਜੀ ਪਵੇ, ਮੁੱਲ ਨਾ ਪਵੇ, ਉਹ ਰੋਣਗੇ ਵੀ ਐਵੇਂ ਸਾਰੀ ਜ਼ਿੰਦਗੀ ਲੰਘਾ ਦਿੱਤੀ, ਖਰਾਬ ਕਰ ਦਿੱਤੀ। ਸੋ ਰਹੋ ਵਿਚਾਰ, ਉਹਨੇ ਇੱਕ ਉਂਗਲ ਖੜੀ ਕਰ ਦਿੱਤੀ। ਉਹ ਮੂਰਖ ਬਾਹਮਣ ਵੱਲ ਇੱਕ ਉਂਗਲ ਖੜੀ ਕਰੀ। ਤੇ ਗੁਰਮੁਖ ਪਿਆਰਿਓ, ਉਹਨੇ ਜਿਹੜਾ ਮੂਰਖ ਸੀ, ਉਹਨੇ ਸੋਚਿਆ ਵੀ ਮੈਨੂੰ ਕਹਿੰਦਾ ਵੀ ਮੈਂ ਤੇਰੇ ਇੱਕ ਅੱਖ ਭੰਨੂ। ਏਦਾਂ ਇੱਕ ਉਂਗਲ ਜਦੋਂ ਖੜੀ ਕਰੀ, ਦੂਰ ਬਹਿ ਕੇ ਇਸ਼ਾਰੇ ਨਾਲ, ਉਹ ਜਦੋਂ ਹੈ ਹੀ ਮੂਰਖ ਸੀ, ਮੂਰਖ ਜੋ ਮਰਜ਼ੀ ਸਮਝੀ ਜਾਵੇ। ਕਈਆਂ ਨੂੰ ਆਪਾਂ ਕੋਸ਼ਿਸ਼ ਕਰਨਾ, ਜਦੋਂ ਬੰਦਾ ਹੈ ਹੀ ਮੂਰਖੇ ਨਾਲ ਲੁੱਝੀ ਹੈ। ਤੇ ਗੁਰਮੁਖ ਉਹਨੇ ਜਦੋਂ ਉਂਗਲ ਖੜੀ ਕੀਤੀ, ਉਹਨੇ ਸੋਚਿਆ ਵੀ ਮੈਨੂੰ ਕਹਿੰਦਾ ਵੀ ਤੇਰੀ ਇੱਕ ਅੱਖ ਭੰਨੂ। ਉਹਨੇ 2 ਕਰਤੀਆਂ। ਉਹਨੇ ਤਾਂ ਪੁੱਛਿਆ ਸੀ ਕਿ ਪ੍ਰਮਾਤਮਾ ਸਰਗਣ ਸਰੂਪ ਹੈ,
ਨਿਰਗੁਣ ਸਰੂਪ ਹੈ ਇੱਕ ਕਿਹਾ ਕਿ ਉਹ ਦਿਖਦਾ ਨਹੀਂ ਆ, ਨਿਰਗੁਣ ਸਰੂਪ ਹੈ। ਉਹਨੇ ਇਦਾਂ ਕਿਹਾ ਸੀਗਾ। ਵਿਦਵਾਨ ਜਿਹੜਾ ਸੀਗਾ ਉਹਨੇ ਦੋ ਕਰਤੀਆਂ। ਉਹ ਕਹਿੰਦਾ ਮੈਂ ਤੇਰੀਆਂ, ਤੂੰ ਮੇਰੀ ਇੱਕ ਅੱਖ ਭੰਨੇਗਾ ਮੈਂ ਤੇਰੀਆਂ ਦੋਏ ਭੰਨੂ। ਗੁੱਸਾ ਉਹਨੂੰ ਸੀ। ਤੇ ਗੁਰਮੁਖ ਉਹ ਅੱਗੋਂ ਜਿਹੜਾ ਪੰਡਿਤ ਸੀ ਉਹ ਸਮਝਿਆ ਵੀ ਮੈਂ ਨਿਰਗੁਣ ਸਰੂਪ ਦੀ ਗੱਲ ਕੀਤੀ ਆ, ਇਹਨੇ ਸਰਗੁਣ ਸਰੂਪ ਦੀ ਵੀ ਗੱਲ ਕੀਤੀ ਆ ਕਿ ਪ੍ਰਮਾਤਮਾ ਦੋ ਗੁਣਾ ਚ ਨਿਰਗੁਣ ਸਰੂਪ ਵੀ ਹੈ, ਸਰਗੁਣ ਸਰੂਪ ਵੀ ਹੈ, ਦਿਖਦਾ ਵੀ ਹੈ, ਦਿਖਦਾ ਵੀ। ਚਲੋ ਤੇ ਗੁਰਮੁਖ ਪਿਆਰਿਓ ਅੱਗੇ ਫਿਰ ਉਹਨੇ ਐਦਾਂ ਹੱਥ ਖੜਾ ਕੀਤਾ ਕਿ ਪੰਜ ਤੱਤ ਨੇ ਆ ਸੰਸਾਰ ਦੇ, ਸਰੀਰ ਦੇ ਪੰਜ ਤੱਤ ਨੇ। ਉਹਨੇ ਸੋਚਿਆ ਮੂਰਖ ਨੇ ਕਿ ਮੈਨੂੰ ਚਪੇੜਾ ਦਿਖਾਉਂਦਾ ਵੀ ਮੈਂ ਤੇਰੇ ਚਪੇੜਾ ਮਾਰੂ। ਉਹਨੇ ਅੱਗੋਂ ਮੁੱਕੀ ਕਰ ਲਈ। ਉਹ ਕਹਿੰਦਾ ਵੀ ਇਹ ਸਭ ਨੂੰ ਬਣਾਉਣ ਵਾਲਾ ਇੱਕ ਹੈ, ਅਦਵੈਸ਼ ਮਾਲਕ ਹੈ, ਸਭ ਨੂੰ ਇੱਕ ਪੰਜ ਭੂਤਕਾ ਜਿਹੜਾ ਸੰਸਾਰ ਦੀ ਉਤਪੱਤੀ ਜਿਹੜੀ ਪਦਾਇਸ਼ ਹੈ ਇਹ ਸਭ ਕੁਛ। ਕਿਉਂਕਿ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ, ਜਲ ਤੇ ਤ੍ਰਿਪਵਨ ਸਾਜਿਆ, ਘਟ ਘਟ ਜੋਤ ਸਮੋਏ। ਹਵਾ ਤੋਂ ਪਾਣੀ, ਹਵਾ ਪਾਣੀ ਦੇ ਸਮੇਲ ਤੋਂ ਆ ਸਰੀਰ ਧਰਤੀ ਬਣੀ ਹੈ, ਪੰਜ ਤੱਤ ਬਣੇ ਨੇ। ਤੇ ਗੁਰਮੁਖੋ ਸੋ ਰਹੋ ਵਿਚਾਰ। ਉਹਨੇ ਏਦਾਂ ਕਈ ਇਸ਼ਾਰੇ ਕੀਤੇ। ਉਹ ਹਰ ਇੱਕ ਇਸ਼ਾਰੇ ਦੇ ਵਿੱਚ ਉਹ ਵਿਦਵਾਨ ਜਿਹੜਾ ਸੀ ਹਾਰਦਾ ਗਿਆ। ਉਹਨੇ ਹੱਥ ਬੰਨ ਲਏ। ਅੱਗੇ ਬੰਦਾ ਮੂਰਖ ਸੀਗਾ, ਉਹ ਤਾਂ ਆਪਣੀ ਮੂਰਖਤਾ ਦੇ ਕਾਰਨ ਉਹ ਚੀਜ਼ਾਂ ਕਰਦਾ ਗਿਆ, ਉਹਦੇ ਫਿੱਟ ਹੁੰਦੀਆਂ ਗਈਆਂ ਤੇ ਉਹ ਤਾੜੀਆਂ ਵੱਜ ਗਿਆ ਵੀ ਜਿੱਤ ਗਏ ਜੀ, ਜਿੱਤ ਗਏ। ਉਹ ਢਹਿ ਪਿਆ ਜੀ ਉਹਦੇ ਚਰਨਾਂ 'ਚ। ਫਿਰ ਜਦੋਂ ਬਾਅਦ ਵਿੱਚ ਪਤਾ ਲੱਗਿਆ ਵੀ ਤਾਂ ਮੂਰਖ ਬੰਦਾ, ਪਾਗਲ, ਉਹਨੂੰ ਕਿਸੇ ਚੀਜ਼ ਦਾ ਪਤਾ ਨਹੀਂ। ਜਦੋਂ ਫੈਸਲਾ ਹੋ ਗਿਆ ਸੋ ਹੋ ਗਿਆ। ਉਦੋਂ ਫਿਰ ਉਹ ਰੋਇਆ। ਪੰਡਤ ਰੋਵਿਆ ਗਿਆਨ ਗਵਾਇਆ। ਜਦੋਂ ਉਹਦਾ ਗਿਆਨ ਖੁੰਝਿਆ ਨਾ ਜੀ, ਐਵੇਂ ਗਵਾਇਆ, ਰੋਇਆ ਉਹ ਵੀ ਐਵੇਂ ਮੂਰਖਾਂ ਨਾਲ ਮੈਂ ਲੂਝਦਾ ਰਿਹਾ। ਤੇ ਗੁਰਮੁਖ ਪਿਆਰਿਓ ਅੱਗੇ ਬਾਲੀ ਰੋਵੈ ਨਾਹੇ ਪਤਾਰ। ਇੱਕ ਕਰਨੀ ਵਾਲੇ ਮਹਾਤਮਾ ਦੀ ਲੜਕੀ ਸੀ, ਕੁਕਰਮ ਕੀਤਾ ਉਹਨੇ। ਉਹਦੇ ਪਿਤਾ ਨੇ ਬੜਾ ਰੁੱਖਿਆ ਵੀ ਧੀਏ ਵੀ ਮੇਰੀ ਇੱਜ਼ਤ ਹੈ, ਕੋਈ ਸੰਸਾਰ ਚ ਸਮਾਜ ਵਿੱਚ ਮੇਰਾ ਰੁਤਬਾ ਹੈ, ਤੂੰ ਆਹ ਕੰਮ ਨਾ ਕਰ। ਉਹ ਰੁਕੀ ਨਹੀਂ ਜੀ, ਰੁਕੀ ਨਹੀਂ, ਕਰਦੀ ਰਹੀ ਕੁਕਰਮ। ਫਿਰ ਉਹ ਕਰਨੀ ਵਾਲਾ ਸੀ, ਉਹਨੇ ਵਚਨ ਕਰ ਦਿੱਤਾ ਧੀਏ ਤੂੰ ਮੇਰਾ ਵਚਨ ਨਹੀਂ ਨਾ ਮੰਨਿਆ, ਜਾ ਅੱਜ ਤੋਂ ਬਾਅਦ ਤੂੰ ਪਤੀ ਦਾ ਸੁੱਖ ਨਹੀਂ ਭੋਗੇਂਗੀ। ਵਚਨ ਹੋ ਗਿਆ ਉਹਦਾ। ਨਾਨਕ ਦੁਖੀਆ ਸਭ ਸੰਸਾਰ, ਵਚਨ ਹੋ ਗਿਆ, ਤੂੰ ਪਤੀ ਦਾ ਸੁੱਖ ਨਹੀਂ ਭੋਗੇਂਗੀ। ਤੇ ਗੁਰਮੁਖ ਪਿਆਰਿਓ ਫੇਰ ਕੀ ਸੀ, ਵਚਨ ਹੋ ਗਿਆ। ਜਦੋਂ ਬੜੇ ਯਤਨ ਕੀਤੇ, ਬੜੇ ਵਿਆਹ ਕਰਾਏ, ਉਹ ਜਿਹਦੇ ਨਾਲ ਵੀ ਵਿਆਹ ਹੋਇਆ ਕਰੇ ਉਸ ਲੜਕੀ ਦਾ, ਉਹਦੇ ਘਰ ਵਾਲਾ ਮਰ ਜਿਆ ਕਰੇ। ਜਿਹਦੇ ਨਾਲ ਵੀ ਵਿਆਹ ਹੋਵੇ ਉਹਦੀ ਮੌਤ ਹੋ ਜਾਏ। ਬੇਅੰਤ ਵਿਆਹ ਕਰਾ ਲਏ, ਕੋਈ ਵੀ ਘਰ ਵਾਲਾ ਉਹਦਾ ਬਚਿਆ ਨਹੀਂ, ਭਾਵ ਉਹਨੂੰ ਪਤੀ ਦਾ ਸੁੱਖ ਨਹੀਂ ਮਿਲਿਆ। ਬਾਲੀ ਲੜਕੀ ਦਾ ਨਾਂ, ਪਤਾਰ ਕਹੀਏ ਘਰ ਵਾਲਾ। ਬਾਲੀ ਰੋਵੈ ਨਾਹੇ ਪਤਾਰ। ਉਹ ਫਿਰ ਦੁਖੀ ਹੋ ਕੇ ਐਦੀ ਮਰ ਗਈ, ਪਤੀ ਦਾ ਸੁੱਖ ਨਹੀਂ ਮਿਲਿਆ ਉਹਨੂੰ। ਉਸ ਤੋਂ ਬਾਅਦ ਮਹਾਰਾਜ ਕਹਿੰਦੇ ਜੀ ਨਾਨਕ ਦੁਖੀਆ ਸਭ ਸੰਸਾਰ, ਹਰ ਕੋਈ ਦੁਖੀ ਹੈ। ਫਿਰ ਮੰਨੈ ਨਾਉ ਸੋਈ ਜਿਣ ਜਾਏ। ਜਿਹੜਾ ਉਹਦੀ ਰਜਾ 'ਚ ਰਹਿਣਾ ਸਿੱਖ ਜਾਂਦਾ, ਭਾਣਾ ਮਨ ਦਾ ਮਾਲਕ ਦਾ ਪ੍ਰੇਮੀਓ, ਸੋਈ ਜਿਣ ਜਾਏ। ਉਹ ਆ ਮਿਲੀ ਹੋਈ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਊ। ਨਹੀਂ ਫਿਰ ਔਰੀ ਕਰਮ ਨਾ ਲੇਖੇ ਲਾਏ। ਜਿਹੜੇ ਹੋਰ ਕਰਮ ਬੰਦਾ ਕਰਦਾ ਕਿਸੇ ਲੇਖੇ ਨਹੀਂ। ਇਸ ਕਰਕੇ ਰੱਬ ਦੀ ਰਜਾ 'ਚ ਰਹੀਏ। ਇੱਥੇ ਹਰ ਇੱਕ ਬੰਦਾ ਦੁਖੀ ਆ। ਆਪਾਂ ਤਾਂ ਕਲਯੁਗ ਦੇ ਜੀਵ ਆ। ਇੱਥੇ ਤ੍ਰੇਤੇ ਚ, ਦੁਆਪਰ, ਸਤਯੁਗ ਦੇ ਵਿੱਚ ਵੀ ਦੁਖੀ ਹੋਏ ਬੰਦੇ ਰੱਬ ਤੋਂ ਖੁੰਝ ਕੇ। ਦੁਰਯੋਧਨ ਵਰਗੇ, ਰਾਵਣ ਵਰਗੇ, ਆ ਜਿਹੜੇ ਕੌਰਵ ਸੀ, ਪਾਂਡਵ ਸੀ, ਗੁਰਮੁਖੋ, ਇਹ ਆਪਣੇ ਮਾੜੇ ਕਰਮਾਂ ਕਰਕੇ, ਗਲਤੀਆਂ ਕਰਕੇ ਫਿਰ ਦੁੱਖ ਭੋਗੇ ਆ। ਹਰ ਇੱਕ ਭੋਗੂ, ਆਪਾਂ ਵੀ ਭੋਗਾਂਗੇ। ਕਿਉਂਕਿ ਜੋ ਕਮਾਏ ਆ ਉਹ ਮਿਲ ਰਹੇ ਆ। ਜਿਹੜੇ ਹੁਣ ਕਮਾਵਾਂਗੇ ਅੱਗੇ ਜਾ ਕੇ ਮਿਲਣਗੇ। ਹੁਣ ਅਗਲੀ ਵਿਚਾਰ, ਹੁਣ ਬੰਦਾ ਇਹੀ ਨਾ ਸੋਚੇ ਵੀ ਜਿਹੜੇ ਪਿੱਛੇ ਕੀਤੇ ਹੋਏ ਨੇ ਜੀ ਮਿਲ ਰਹੇ ਨੇ। ਰੱਬ ਗੁਰੂ ਸਾਨੂੰ ਨਵੇਂ ਕਰਮ ਬਣਾਉਣ ਦਾ ਵੀ ਟਾਈਮ ਦਿੰਦਾ ਹੈ, ਸਮਾਂ ਦਿੰਦਾ ਹੈ। ਆ ਹੁਣ ਇੱਥੇ ਨਵੇਂ ਕਰਮ ਬਣ ਰਹੇ ਨੇ। ਇੱਕ ਤਿਣਕਾ ਮਾਤਰ ਵੀ ਚੰਗੀ ਵਿਚਾਰ ਗੁਰੂ ਦੇ ਰਾਹ ਦੀ, ਰੱਬ ਦੇ ਰਾਹ ਦੀ, ਕੋਈ ਗੁਰਬਾਣੀ ਦੀ ਵਿਚਾਰ ਸਾਡੇ ਅੰਦਰ ਵਸ ਗਈ, ਉਹਨੇ ਪਤਾ ਨਹੀਂ ਕਿੰਨੇ ਕੁ ਪਾਪਾਂ ਤੋਂ ਸਾਨੂੰ ਬਚਾ ਦੇਣਾ। ਹੁਣ ਕਈਆਂ ਨੂੰ ਇੱਥੇ ਬੈਠਣਾ ਦੁੱਬਰ ਹੈ, ਉਬਲਾ ਚੁੱਬਲ ਹੀ ਲੱਗਦੀ ਹੈ, ਬਹਿ ਨਹੀਂ ਸਕਦੇ ਅੰਦਰ ਜੀ। ਹਾਂ ਕਿਤੇ ਨਾਚ ਗਾਣਾ ਹੁੰਦਾ ਹੋਵੇ, ਦੇਖਨੇ ਆਪਾਂ ਕਲਯੁਗ ਹੈ, ਫਿਲਮਾਂ ਚੱਲਦੀਆਂ ਹੋਣ, ਨਾਚ ਗਾਣਾ ਹੁੰਦਾ, ਕਲਾਕਾਰ ਆਇਆ, ਗੰਦਗੀ ਹੈ ਜਿੱਥੇ, ਇਕੱਠ ਹੈ ਵਾਧੂ ਦਾ, ਉੱਥੇ ਖੜਨਗੇ ਜ਼ਰੂਰ, ਪੂਰਾ ਆਨੰਦ ਲੈਣਾ। ਸੰਗਤ 'ਚ ਬਹਿਣਾ, ਰੱਬ ਰੱਬ ਕਰਨਾ, ਇਹ ਬੜਾ ਔਖਾ।
ਨਹੀਂ ਬਹਿ ਸਕਦੇ। ਇੱਥੇ ਨਵੇਂ ਕਰਮ ਬਣਦੇ ਆ ਇੱਥੇ ਗੁਰੂ ਦੇ ਚਰਨਾਂ 'ਚ, ਕਿਉਂਕਿ ਕਿਨਕਾ ਏਕ ਜੇ ਜੀਵ ਸਾਵੇ ਤਾਂ ਕੀ ਮਹਿਮਾ ਗਣੀ ਨਾ। ਇੱਕ ਤਿਣਕਾ ਮਾਤਰ ਵੀ ਵਿਚਾਰ ਗੁਰੂ ਦੇ ਅੰਦਰ ਵਸਾ ਲਈ। ਉਹ ਕਹਿੰਦੇ ਇੰਧਨ ਅਦਕ ਸਕੇਲੀ ਹੈ ਪਾਵ ਕਰੰਚਕ ਭਾਏ। ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਜਲਾਉਣ ਵਾਸਤੇ ਕੋਈ 5-7 ਕੁਆਂਟਲ ਅੱਗ ਦੀ ਲੋੜ ਨਹੀਂ ਪੈਂਦੀ। ਇੱਕ ਤੀਲੀ, ਇੱਕ ਚੰਗਿਆੜੀ, ਇੱਕ ਅੰਗਿਆਰੀ ਨਾ ਅੱਗ ਦੀ ਉਹਨਾਂ ਨੂੰ ਸਾੜ ਕੇ ਸੁਆਹ ਕਰ ਦੂ। ਇਸੇ ਤਰ੍ਹਾਂ ਪ੍ਰਮਾਤਮਾ ਦੇ ਨਾਮ ਦੇ ਵਿੱਚ ਇਹ ਤਾਕਤ ਹੈ। ਜਿੰਨੇ ਮਰਜੀ ਅਪਰਾਧ ਮਾੜੇ ਕਰਮ ਹੋ ਗਏ ਹੁਣ ਬੰਦੇ ਤੋਂ, ਮਹਾਰਾਜ ਜੀ ਕਹਿੰਦੇ ਨੇ ਉਹ ਸਭ ਖਤਮ ਨੇ। ਕਰਮ ਧਰਮ ਪਾਖੰਡ ਜੋ ਦੀਸੈ ਤਨ ਜਮ ਜਾਗਾਤੀ, ਲੂਟੈ ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ। ਇੱਕ ਨਿਮਖ ਭਰ ਵੀ ਸੀ ਜੁੜ ਗਏ ਨਾ, ਇੱਕ ਨਿਮਖ ਭਰ ਵੀ। ਉਹ ਨਿਮਖ ਨੂੰ ਬਣਾਉਣ ਵਾਸਤੇ ਸਾਲ 2 ਸਾਲ 20 50 ਸਾਲ 100 ਸਾਲ ਵੀ ਲੱਗ ਸਕਦੇ ਆ। ਹੋ ਸਕਦਾ ਉਹ ਨਿਮਖ ਨੂੰ ਬਣਾਉਣ ਵਾਸਤੇ ਬੰਦੇ ਨੂੰ ਕਈ ਜਨਮ ਵੀ ਲੈਣੇ ਪੈ ਜਾਣ। ਹੁਣ ਬਣਾ ਲਓ ਜਾਂ ਕਈ ਜਨਮ ਭਟਕ ਲਓ। ਇੱਕ ਤਿਣਕਾ ਮਾਤਰ ਵੀ ਵਿਚਾਰ ਗੁਰੂ ਦੇ ਰਾਹ ਦੀ, ਰੱਬ ਦੇ ਰਾਹ ਦੀ ਬਸ ਗਈ ਨਾ ਜੀ ਅੰਦਰ, ਇੱਥੇ ਆਉਣਾ ਸਾਡਾ ਸਫਲਾ ਹੋ ਜਾਊਗਾ। ਪਰ ਔਖਾ ਬੜਾ। ਕਿੰਨੀ ਸੰਗਤ ਆਈ ਹੋਈ ਆਪਾਂ ਸੁਣਨ ਵਾਲੇ, ਥੋੜੇ ਗਿਣਤੀ ਕਿਦਿਆਂ ਦੇ ਗਿਣਤੀ ਦੇ ਵਿੱਚ ਧਿਆਨ ਹੈ ਗੁਰੂ ਦੀ ਬਾਣੀ ਵੱਲ, ਉਪਦੇਸ਼ ਵੱਲ। ਬਾਕੀ ਇੱਧਰ ਉੱਧਰ ਗੱਲਾਂ ਬਾਤਾਂ ਹੋ ਰਹੀਆਂ ਨੇ। ਸੱਚ ਹੈ, ਕਲਯੁਗ ਬੈਠਣ ਹੀ ਨਹੀਂ ਦਿੰਦਾ ਮਨ ਜੀ, ਕਿਉਂਕਿ ਮਨ ਉਹ ਚੀਜ਼ਾਂ ਨੂੰ ਪਕੜਦਾ ਛੇਤੀ ਜਿਹੜੀਆਂ ਅਸੀਂ ਤਕਰੀਬਨ ਜ਼ਿੰਦਗੀ 'ਚ ਭੋਗਦੀ ਰਹਿੰਦੇ ਆ, ਕਰਦੀ ਰਹਿੰਦੇ ਆ ਉੱਥੇ। ਤੇ ਜਿਹੜਾ ਥੋੜਾ ਬਹੁਤਾ ਕਰਦਾ ਬੰਦਾ ਸੰਗਤ, ਰੱਬ ਦੇ ਨਾਮ ਦਾ ਤਿਣਕਾ ਥੋੜਾ ਬਹੁਤਾ ਬੰਦਾ ਰੱਖਦਾ, ਡਰ ਲੱਗਦਾ, ਕਿਤੇ ਕਿਤੇ ਕਰਦਾ ਬੰਦਾ ਰੱਬ, ਉਹ ਜ਼ਰੂਰ ਸੁਣੂਗਾ ਵੀ ਚੱਲ ਕੋਈ ਤਾਂ ਗੱਲ ਕੰਨ 'ਚ ਪਊ। ਨਹੀਂ ਫਿਰ ਇੱਥੇ ਜਿਹਨੂੰ ਮਰਜ਼ੀ ਦੇਖ ਲਓ, ਨਾਨਕ ਦੁਖੀ ਆ ਸਭ ਸੰਸਾਰ, ਸਾਰਾ ਸੰਸਾਰ ਹੀ ਦੁਖੀ ਆ। ਇਹ ਸਭ ਆਪਣੇ ਆਪ ਕੀਤੇ ਹੋਏ ਆ ਜੀ ਸਾਡੇ। ਜਿੱਦਾਂ ਦੇ ਕਰੇ ਨੇ ਉਦਾਂ ਦੇ ਭੁਗਤ ਰਹੇ ਆ, ਜਿੱਦਾਂ ਦੇ ਹੁਣ ਕਰਾਂਗੇ ਅੱਗੇ ਭੁਗਤਾਂਗੇ। ਇੱਥੇ ਚੰਗਾ ਬਣ ਰਿਹਾ ਸਮਾਂ, ਬੰਦਾ ਬਣਾ ਲੇ ਚੰਗਾ ਸਮਾਂ, ਜਿਹੜਾ ਬਚ ਜਾਣਗੇ ਉਹ ਕਿਰਪਾ ਕਰਨਗੇ। ਕਿਉਂਕਿ ਕਰ ਕਿਰਪਾ ਮਤਕ ਹੱਥ ਧਰ ਵਿੱਚੋਂ ਮਾਰ ਕੱਢੀਆਂ ਬੁਰਾਈਆਂ, ਉਹ ਕਿਰਪਾ ਕਰਦੇ ਨੇ ਜੀ। ਜੋ ਵੀ ਕੀਤਾ ਮਿਲ ਰਿਹਾ, ਜੋ ਹੁਣ ਇੱਥੇ ਇਹਦਾ ਫਲ ਵੀ ਚੰਗਾ ਮਾਲਕ ਜ਼ਰੂਰ ਦੇਵੇਗਾ। ਸੋ ਆਓ ਜੀ ਭੁੱਲਾਂ ਤੋਂ ਖਿਮਾ, ਗੁਰੂ ਸਾਹਿਬ ਜੀ ਕਿਰਪਾ ਕਰਨ, ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੋਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣ। ਸਾਡਾ ਫਰਜ਼ ਹੈ ਬੇਨਤੀ ਕਰਨ ਦਾ, ਮਹਾਰਾਜ ਜੀ ਵਿਛੜੀ ਰੂਹ ਨੂੰ ਆਪਣੇ ਚਰਨਾਂ 'ਚ ਨਿਵਾਸ ਦੇ ਦੀ। ਅੱਗੋਂ ਉਹ ਦਿੰਦਾ ਜਾਂ ਨਾ ਦਿੰਦਾ ਉਹ ਉਹਦੀ ਮਰਜ਼ੀ ਹੈ। ਕਿਉਂ ਇੱਥੇ ਵਿਚਾਰ ਜਿਹੜੀ ਆ ਕਿ ਚੰਗਿਆਈਆਂ ਬੁਰਾਈਆਂ ਵਾਚੈ ਧਰਮ, ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਉੱਥੇ ਕਰਮਾਂ ਦੀ ਨਿਬੇੜ ਆਪੋ ਆਪਣੇ ਕਰਮਾਂ ਦੀ ਜੀ। ਹੁਣ ਸਾਡਾ ਫਰਜ਼ ਹੈ ਬੇਨਤੀ ਕਰਨਾ, ਕਰਾਂਗੇ। ਅੱਗੋਂ ਉਹ ਆਪਣੇ ਚਰਨਾਂ ਨਾਲ ਲਾਉਂਦਾ ਜਾਂ ਨਾ ਲਾਉਂਦਾ ਉਹ ਹੁਣ ਉਹਦੀ ਮਰਜ਼ੀ ਹੈ। ਉਹ ਅੱਗੇ ਸਾਡੇ ਕਰਮਾਂ ਦੇ ਡਿਪੈਂਡ ਹੈ। ਅੱਗੇ ਹਿਸਾਬ ਕਿਤਾਬ ਹੋਣਾ ਜੀ, ਚੰਗਿਆਂ ਦਾ ਮਾੜਿਆਂ ਦਾ ਵੈ ਲੇਖਾ ਕਰ ਸਮਝਾਇਆ। ਪਰ ਇੱਕ ਗੱਲ ਹੈ ਕਿ ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਜਿਹੜਾ ਗੁਰੂ ਨਾਲ ਮਿਲ ਕੇ ਜਾਂਦਾ ਹੈ, ਗੁਰੂ ਗੁਰੂ ਕਰਦਾ ਜਾਂਦਾ, ਮੰਦ ਕਰਮਾਂ ਤੋਂ ਪਰੇ ਰਹਿੰਦਾ ਹੈ, ਉਹਦਾ ਗੁਰੂ ਸਾਹਿਬ ਜੀ ਲੇਖਾ ਪਾੜ ਦਿੰਦੇ ਨੇ। ਧਰਮ ਰਾਏ ਅਵ ਕਹਾਂ ਕਰੇਗੇ ਜੋ ਫਾਟਿਓ ਸਗਲੋ ਲੇਖਾ। ਜਦੋਂ ਲੇਖਾ ਸਾਡਾ ਗੁਰੂ ਨੇ ਪਾੜ ਦਿੱਤਾ ਨਾ ਜੀ, ਨਾਨਕ ਜਿਨ ਕੋ ਸਤਿਗੁਰ ਮਿਲਿਆ ਤਿਨ ਕਾ ਲੇਖਾ ਨਿਬੜਿਆ। ਉਹਨਾਂ ਦਾ ਲੇਖਾ ਨਿਬੜ ਜਾਂਦਾ ਹੈ। ਗੁਰੂ ਲੇਖਾ ਨਿਬੇੜ ਦਿੰਦਾ ਹਿਸਾਬ ਕਿਤਾਬ। ਕਿਉਂਕਿ ਉਹਨਾਂ ਇੱਕ ਤਿਣਕਾ ਮਾਤਰ ਹੀ ਵਿਚਾਰ ਬਹੁਤ ਹੈ, ਇੱਕ ਤਿਣਕਾ ਮਾਤਰ ਹੀ। ਉਹ ਹੁਣ ਬਣਾ ਲਈਏ ਕਿਆ ਪਤਾ ਕਈ ਜਨਮ ਵੀ ਲੈਣੇ ਪੈ ਸਕਦੇ ਆ। ਤੁਰਦੇ ਰਹੀਏ, ਜਪਦੇ ਰਹੀਏ। ਆਓ ਜੀ ਭੁੱਲਾਂ ਤੋਂ ਖਿਮਾ। ਹੁਣ ਆਨੰਦ ਸਾਹਿਬ ਬਾਣੀ ਦੇ ਜਪ ਹੋਣੇ ਆ, ਸਾਰੀ ਸੰਗਤ ਦੇ ਨਾਲ ਨਾਲ ਬੋਲਣਾ ਜੀ। ਗੁਰੂ ਸਾਹਿਬ ਜੀ ਕਿਰਪਾ ਕਰਨ, ਵਿਛੜੇ ਰੂਹ ਨੂੰ ਚਰਨਾਂ 'ਚ ਨਿਵਾਸ ਬਖਸ਼ਣ, ਪਿੱਛੋਂ ਪਰਿਵਾਰ ਨੂੰ ਪਾਣਾ ਮੰਨਣ ਦਾ ਬਲ ਬਖਸ਼ਣਾ। ਮਹਾਰਾਜ ਸਭ ਤੇ ਕਿਰਪਾ ਕਰਨ। ਵਿਚਾਰਾਂ ਜੋ ਵੀ ਸੁਣੀਆਂ ਨੇ, ਜੋ ਚੰਗੀਆਂ ਲੱਗੀਆਂ ਜੀ, ਗੁਰੂ ਦੀ ਰਾਹ ਦੀ, ਰੱਬ ਦੇ ਰਾਹ ਦੀ ਵਿਚਾਰ ਅੰਦਰ ਵਸਾਉਣ ਦੀ ਕੋਸ਼ਿਸ਼ ਕਰੀਏ। ਗੁਰਬਾਣੀ ਅਥਾਹ ਸਮੁੰਦਰ ਹੈ, ਇਹਨੂੰ ਵਿਚਾਰਾਂ ਕਰਦੇ ਆ। ਕੋਈ ਮੈਂ ਭਗਵਾਨ ਨਹੀਂ ਜਾਂ ਆਪਣੇ ਦੇ ਵਿੱਚੋਂ ਕੋਈ ਵੀ ਪੂਰਾ ਨਹੀਂ ਆ, ਸਾਰੇ ਅਧੂਰੇ ਹੀ ਆ। ਅਸੀਂ ਪੂਰੇ ਨਾਲ ਜੁੜਨ ਦੀ ਕੋਸ਼ਿਸ਼ ਕਰਨੇ ਆ। ਗੁਰਬਾਣੀ ਅਥਾਹ ਸਮੁੰਦਰ ਹੈ। ਅਸੀਂ ਦੁਨਿਆਵੀ ਗੱਲਾਂ ਕਰਦੇ ਹਾਂ, ਬੇਅੰਤ ਭੁੱਲਾਂ ਹੋ ਜਾਂਦੀਆਂ ਨੇ, ਬੇਅੰਤ ਗਲਤੀਆਂ ਕਰਦੇ ਹਾਂ ਅਸੀਂ ਦੁਨੀਆ 'ਚ। ਇਹ ਤਾਂ ਫਿਰ ਵੀ ਰੱਬ ਦੇ ਰਾਹ ਦੀ ਵਿਚਾਰ ਹੈ ਜੀ। ਧੁਰ ਕੀ ਬਾਣੀ ਆਈ ਤਿਨ ਸਗਲੀ ਚਿੰਤ
ਰੱਬੀ ਦਰਗਾਹੀ ਬਾਣੀਆਂ ਨੂੰ ਪੜ੍ਹਦੇ ਸੁਣਦੇ ਵਿਚਾਰਦੇ ਸੁਣਾਉਂਦੇ ਗਲਤੀਆਂ ਹੋਣੀਆਂ ਸੁਭਾਵਿਕ ਨੇ, ਹੋਈਆਂ ਭੁੱਲਾਂ ਤੋਂ ਖਿਮਾ ਕਰਿਓ ਜੀ। ਗੁਰੂ ਸਾਹਿਬ ਗੁਰੂ ਦੀ ਸੰਗਤ ਸਾਰੇ ਬਖਸ਼ਣਯੋਗ ਸੱਚੇ ਪਾਤਸ਼ਾਹ ਸਭ ਦੇ ਸਿਰ ਤੇ ਮੇਰਾ ਭਰਿਆ ਹੱਥ ਰੱਖਣ, ਸਭ ਦੇ ਚੱਲੇ ਹੋਏ ਕਦਮ ਕਦਮ ਲੇਖੇ ਵਿੱਚ ਚਲਾ ਲੈਣ। ਸੋ ਬੇਨਤੀ ਹੈ ਪਰਿਵਾਰ ਵੱਲੋਂ ਜਿੰਨੀਆਂ ਵੀ ਸੰਗਤਾਂ ਆਪ ਜੀ ਭੋਗ ਦੇ ਸਮੇਂ ਤੇ ਪਹੁੰਚੇ ਹੋ ਸਭ ਦਾ ਧੰਨਵਾਦ ਹੈ। ਤੇ ਨਾਲ ਹੀ ਪਰਿਵਾਰ ਵੱਲੋਂ ਹੱਥ ਬੰਨ੍ਹ ਕੇ ਬੇਨਤੀ ਹੈ ਜਿਨ੍ਹਾਂ ਨੇ ਲੰਗਰ ਪ੍ਰਸ਼ਾਦਾ ਨਹੀਂ ਛਕਿਆ ਉਹ ਲੰਗਰ ਪ੍ਰਸ਼ਾਦਾ ਜ਼ਰੂਰ ਛਕ ਕੇ ਜਾਇਓ ਜੀ। ਕੋਈ ਵੀ ਵੀਰ ਭਰਾ ਮਾਤਾਵਾਂ ਭੈਣਾਂ ਲੰਗਰ ਪ੍ਰਸ਼ਾਦਾ ਛਕੇ ਬਿਨਾਂ ਨਾ ਜਾਇਓ ਜੀ। ਆਓ ਸਾਰੀ ਸੰਗਤ ਸਤਿਗੁਰਾਂ ਦੇ ਅੰਮ੍ਰਿਤਮਈ ਬਚਨਾਂ ਦੇ ਨਾਲ ਜੁੜਨਾ ਕਰੋ ਜੀ।